तो ये फंडामेंटल राइट वाली गल क्लीयर है? हाँ जी मैम। ठीक है। उस तो बाद सैक्शन 30 राइट टू एडवोकेट्स टू प्रैक्टिस। ਜਦੋਂ ਦਾ ਨੇਮ ਰੋਲ ਹੋ ਜਾਂਦਾ ਪਰਸਨ ਦਾ, ਰਜਿਸਟਰ ਹੋ ਜਾਂਦਾ ਐਡਵੋਕੇਟਸ ਦੇ ਰੋਲ ਦੇ ਵਿੱਚ, ਦੈਨ ਉਹ ਇੰਟਾਈਟਲ ਹੈ ਕਿ ਉਹ ਪ੍ਰੈਕਟਿਸ ਕਰ ਸਕਦਾ। ਸੁਪਰੀਮ ਕੋਰਟ ਹੋ ਗਿਆ, ਹਾਈ ਕੋਰਟ ਹੋ ਗਿਆ, ਕੋਆर्डिनेट कोर्ट्स हो गया, ठीक है, ट्राइब्यूनल्स कोर्ट्स हो गया, अदर अथॉरिटीज वेयर एडवोकेट्स आर ऑथराइज्ड, ठीक है, जिथे ਉਹਨਾਂ ਨੂੰ ऑथराइज ਕੀਤਾ ਜਾਂਦਾ ਪ੍ਰੈਕਟਿਸ ਕਰਨ ਦੇ ਲਈ, ਠੀਕ ਹੈ। ਐਂਡ ਜੋ ਸੈਕਸ਼ਨ 31 ਹੈ ਉਹਨੂੰ ਡਿਲੀਟ ਕਰ ਦਿੱਤਾ ਗਿਆ ਸੀ 1974 ਦੇ ਵਿੱਚ, ਠੀਕ ਹੈ। ਸੈਕਸ਼ਨ 32 ਪਾਵਰ ਆਫ ਕੋਰਟ ਟੂ ਗਿਵ ਪਰਮਿਸ਼ਨ ਟੂ ਅਪੀਅਰ ਇਨ ਪਾਰਟਿਕੂਲਰ ਕੇਸਿਸ। ਪਾਵਰ ਆਫ ਕੋਰਟ ਦੀ ਕਿ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਏ ਟੂ ਪਾਰਟਿਕੂਲਰ ਕੇਸ ਦੇ ਵਿੱਚ ਅਪੀਅਰ ਹੋਣ ਦੇ ਲਈ। तो ये सैक्शन पावर दिंदा है कोर्ट ਨੂੰ कि वो परमिशन देवे एडवोकेट्स ਨੂੰ कोर्ट ਦੇ ਵਿੱਚ अपीयर होने ਲਈ, ठीक है, किसी भी पर्सन ਨੂੰ। एंड जो एडवोकेट, जो पर्सन एडवोकेट नहीं है, ठीक है, कि वो अपीयर हो सकता उस पर्टिकुलर केस ਦੇ ਵਿੱਚ, who is not an advocate to appear in particular case, नो सेक्शन जो है सेक्शन जो 24 ਦਾ थर्ड क्लॉज ਲੱਗੇਗਾ ਇੱਥੇ। ਹਾਂਜੀ 24A ਦੀ ਗੱਲ ਕਰ ਰਹੇ ਹੋ, ਡਿਸਕੁਆਲੀਫਾਈ ਜਿਹਦੇ ਵਿੱਚ ਕੀਤਾ ਹੋਇਆ ਕਿਹੜੇ ਪਰਸਨਸ ਜੋ ਨੇ ਪ੍ਰੈਕਟਿਸ ਨਹੀਂ ਕਰ ਸਕਦੇ। ਮੈਮ ਜਿਨ੍ਹਾਂ ਨੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਨਾ ਲਈ ਹੋਵੇ ਲਾਅ ਦੀ। ਹਾਂਜੀ ਹਾਂਜੀ ਜੀ, ਜਿਨ੍ਹਾਂ ਕੋਲ ਲਾਅ ਦੀ ਨੌਲੇਜ ਨਹੀਂ ਹੈ। ਹੁਣ ਜਿਵੇਂ ਐਡਮਿਸ਼ਨ ਤੇ ਇਨਰੋਲਮੈਂਟ ਦੀ ਅਸੀਂ ਗੱਲ ਕਰਾਂਗੇ, ਠੀਕ ਹੈ, ਉਹਦੇ ਵਿੱਚ ਕਿਹੜੇ ਕਿਹੜੇ ਪਰਸਨ ਮਤਲਬ ਇਨਰੋਲ ਹੋ ਸਕਦੇ ਨੇ, ਇੰਡੀਅਨ ਸਿਟੀਜ਼ਨ ਹੋਵੇ, ਹਾਂਜੀ 21 ਇਅਰਸ ਦੀ ਏਜ ਹੋਣੀ ਚਾਹੀਦੀ ਹੈ। ਹਾਂ, ਉਹ ਪਰਸਨ ਜਿਹੜੇ ਐਡਮਿਟ ਹੋ ਸਕਦੇ ਨੇ ਐਜ਼ ਐਡਵੋਕੇਟ ਔਨ ਸਟੇਟ ਰੋਡ ਸੈਕਸ਼ਨ 24 ਦੇ ਵਿੱਚ ਜਿਵੇਂ ਕਿਹਾ, ਠੀਕ ਹੈ, ਇੰਡੀਆ ਦਾ ਸਿਟੀਜ਼ਨ ਹੋਵੇ, 21 ਇਅਰਸ ਏਜ ਹੋਵੇ ਉਹਦੀ, ਔਰ ਉਹਨੇ ਲਾਅ ਦੀ ਡਿਗਰੀ ਆਬਟੇਨ ਕੀਤੀ ਹੋਵੇ। ਹਾਂ, ਠੀਕ ਹੈ, ਜੋ ਵੀ ਇਹਨਾਂ ਨੇ ਕੰਡੀਸ਼ਨਸ ਦੱਸੀਆਂ ਨੇ ਉਹ ਫੁਲਫਿਲ ਹੋਣ, ਠੀਕ ਹੈ। तो ਸੈਕਸ਼ਨ ਜੋ ਸਾਡਾ 32 ਸੀ ਉਹ ਕੀ ਕਹਿੰਦਾ ਕਿ ਕੋਰਟ ਪਾਵਰ ਦਿੰਦੀ ਹੈ, ਪਰਮਿਸ਼ਨ ਦਿੰਦੀ ਹੈ ਪਾਰਟਿਕੂਲਰ ਕੇਸ ਦੇ ਵਿੱਚ ਐਡਵੋਕੇਟਸ ਨੂੰ ਅਪੀਅਰ ਹੋਣ ਦੀ, ਠੀਕ ਹੈ। तो ਸੈਕਸ਼ਨ 33 ਕੀ ਕਹਿੰਦਾ, ਐਡਵੋਕੇਟਸ ਅਲੋਨ entitled to practice, no person shall be entitled to practice in any court or authority who is not registered as an advocate under this act, ठीक है। वो अपन ਨੂੰ ਪਤਾ ਕਿ ਜੋ person register नहीं है advocate as an advocate, ठीक है, अंडर द एडवोकेट एक्ट, ठीक है, जो इन द रोल ऑफ एडवोकेट ਦੇ ਵਿੱਚ ਉਹਦਾ ਨਾਮ ਰਜਿਸਟਰ ਨਹੀਂ ਹੈ, ਦੈਨ ਉਹ ਪਰਸਨ ਇੰਟਾਈਟਲ ਨਹੀਂ ਹੈਗਾ ਪ੍ਰੈਕਟਿਸ ਕਰਨ, ਠੀਕ ਹੈ। ਸੈਕਸ਼ਨ 34 ਪਾਵਰ ਆਫ ਹਾਈ ਕੋਰਟ ਟੂ ਮੇਕ ਰੂਲਸ। ਹਾਈ ਕੋਰਟ ਦੇ ਕੋਲ ਪਾਵਰ ਨੇ ਰੂਲ ਬਣਾਉਣ ਦੀਆਂ। ਹਾਈ ਕੋਰਟ may make rules on which advocates shall be entitled to practice in high court and their subordinate courts, ਠੀਕ ਹੈ। ਹਾਈ ਕੋਰਟ ਰੂਲਸ ਬਣਾ ਸਕਦਾ ਜਿਹਦੇ ਉੱਪਰ ਕਿ ਜੋ ਐਡਵੋਕੇਟਸ ਨੇ ਉਹ ਇੰਟਾਈਟਲ ਨੇ ਕਿ ਉਹ ਹਾਈ ਕੋਰਟ ਜਾਂ ਅਦਰ ਸਬੋਰਡੀਨੇਟ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਸਕਦੇ ਆ, ਠੀਕ ਹੈ। ਐਂਡ ਹਾਈ ਕੋਰਟ ਇੱਕ ਫੀਸ ਜੋ ਪੇ ਕਰਨੀ ਹੈ ਉਹਨਾਂ ਨੇ, ਹਾਈ ਕੋਰਟ ਸ਼ੈਲ ਮੇਕ ਰੂਲਸ ਫॉर ਫਿਕਸਿੰਗ ਦਾ ਫੀਸ ਪੇਡ ਬਾਈ ਐਨੀ ਪਾਰਟੀ ਟੂ ਦ ਐਡਵੋਕੇਟ, ਠੀਕ ਹੈ। ਕਿਸੇ ਵੀ ਪਾਰਟੀ ਦੇ ਦੁਆਰਾ ਜੋ ਉਹਨਾਂ ਨੇ ਐਡਵੋਕੇਟ ਨੂੰ ਫੀਸ ਪੇ ਕਰਨੀ ਆ ਉਹ ਵੀ ਜੋ ਹਾਈ ਕੋਰਟ ਹੈ ਉਹ ਰੂਲ ਦੇ ਵਿੱਚ ਫਿਕਸ ਕਰੇਗਾ। ਜਦੋਂ ਹਾਈ ਕੋਰਟ ਰੂਲ ਬਣਾਏਗਾ ਉਹਦੇ ਵਿੱਚ ਜਿਹੜੀ ਫੀਸ ਹੈ ਮੈਂਸ਼ਨ ਕੀਤੀ ਜਾਏਗੀ। ਲక్ష్ਮੀ ਨਾਰਾਇਣ ਵਰਸਸ ਬਾਰ ਕੌਂਸਲ ਆਫ ਇੰਡੀਆ ਦਾ ਕੇਸ ਸੀ ਜਿਹਦੇ ਵਿੱਚ ਪਰਸਨ ਜੋ ਲਾਅ ਗ੍ਰੈਜੂਏਟਸ ਨੇ ਵਰਕਿੰਗ ਕਰ ਰਹੇ ਨੇ ਐਜ਼ ਲਾਅ ਆਫਿਸਰ ਯੂਨੀਵਰਸਿਟੀ ਦੇ ਵਿੱਚ, ਠੀਕ ਹੈ, will be entitled to register his name as an advocate। ਇਹ ਗੱਲ ਸਹੀ ਹੈ? ਮੈਮ ਕੀ ਦੁਬਾਰਾ ਦੱਸਿਓ। ਪਰਸਨਸ ਜੋ ਲਾਅ ਗ੍ਰੈਜੂਏਟਸ ਨੇ, ਠੀਕ ਹੈ, ਜੋ ਐਜ਼ ਅ ਲਾਅ ਆਫਿਸਰ ਵਰਕਿੰਗ ਕਰ ਰਹੇ ਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ, ਕੀ ਉਹ ਇੰਟਾਈਟਲ ਹੋਣਗੇ ਕਿ ਆਪਣਾ ਨੇਮ ਐਜ਼ ਐਨ ਐਡਵੋਕੇਟ ਰਜਿਸਟਰ ਕਰਾ ਲੈਣ? ਨਹੀਂ ਜੀ। ਬਾਕੀਆਂ ਦਾ ਕੀ ਓਪੀਨੀਅਨ ਹੈ?
ਹਾਂਜੀ ਕਰਾ ਸਕਦਾ ਜੀ, ਕਿਵੇਂ? ਕਿਉਂਕਿ ਉਹ ਹੈ ਨਾ ਜੀ ਦੂਜੀ ਲੋੜ ਹਾਲੇ ਉਹ ਕਾਲਜ 'ਚ ਲੈਕਚਰ ਜਾਂ ਵੀ ਅਟੈਂਡ ਕਰ ਰਿਹਾ ਹੈ, ਬਟ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਉਹ ਹੈ ਨਾ ਇਨਰੋਲਮੈਂਟ ਨਹੀਂ ਕਰ ਸਕਦਾ ਜੀ। ਉਹ ਕਿਹੜਾ ਕੋਈ ਪ੍ਰੋਫੈਸ਼ਨਲ ਬਿਜ਼ਨਸ ਕਰ ਰਿਹਾ ਜੀ, ਉਹ ਤਾਂ ਇੱਕ ਲੈਕਚਰ ਕਰ ਰਿਹਾ, ਲੈਕਚਰਰ ਦੀ ਰੋਟੀ ਹੈ, ਬਿਜ਼ਨਸ 'ਤੇ ਰੋਕ ਲਾਈ ਗਈ ਹੈ ਜੀ। ਵੈਸੇ ਤਾਂ ਹੁਣ ਉਹ ਵੀ ਮਤਲਬ ਜੀ ਖਤਮ ਕਰਤੀ ਲੋਕਡਾਊਨ ਤੋਂ ਪਹਿਲਾਂ ਹੀ, ਵੀ ਕੋਈ ਬਿਜ਼ਨਸ ਕਰ ਸਕਦਾ ਵਕੀਲ ਹੀ। ਠੀਕ ਹੈ, ਤੋ ਮੈਨੂੰ ਇੱਕ ਚੀਜ਼ ਇਹ ਦੱਸੋ ਕਿ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ, ਠੀਕ ਹੈ, ਉਹ ਬਾਰ ਕੌਂਸਲ ਦੇ ਐਗਜ਼ਾਮ ਤੋਂ ਪਹਿਲਾਂ ਹੁੰਦੀ ਹੈ ਜਾਂ ਬਾਅਦ ਚੋਂ ਹੁੰਦੀ ਹੈ? ਮਾਰਕੀਸ਼ਨ ਦੇ ਤੋਂ ਪਹਿਲਾਂ ਹੁੰਦੀ ਹੈ ਜੀ, ਪਹਿਲਾਂ ਹੁੰਦੀ ਹੈ। ਮੈਮ ਰਜਿਸਟ੍ਰੇਸ਼ਨ ਬਾਅਦ ਚ ਪੇਪਰ ਦਿੱਤਾ ਜਾਂਦਾ ਜੀ ਪਾਸ ਕਰ 3 ਸਾਲਾਂ ਦੇ ਅੰਦਰ ਜੀ। ਉਹ ਰਜਿਸਟ੍ਰੇਸ਼ਨ ਅਸੀਂ ਕਿਸ ਲਈ ਕਰਵਾਉਂਦੇ ਆ? ਜ਼ਰੂਰੀ ਨਹੀਂ ਸੀ ਆਲ ਇੰਡੀਆ ਬਾਰ ਕੌਂਸਲ ਦੇ ਐਗਜ਼ਾਮ ਲਈ ਕਰਵਾਉਂਦੇ ਆ, ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਅਸੀਂ ਲਾਅ ਦੀ ਡਿਗਰੀ, ਸਾਡੇ ਕੋਲ ਲਾਅ ਦੀ ਡਿਗਰੀ ਆ, ਅਸੀਂ ਇੱਕ ਰਜਿਸਟ੍ਰੇਸ਼ਨ ਮਤਲਬ ਅਸੀਂ ਇਨਰੋਲਮੈਂਟ ਕਰਵਾਉਣੀ ਆ। ਇਨਰੋਲਮੈਂਟ ਇਸ ਲਈ ਨਹੀਂ ਕਰਵਾਉਣੀ ਕਿ ਅਸੀਂ ਲਾਇਸੈਂਸ ਲੈਣਾ ਚਾਹੁੰਦੇ ਹਾਂ, ਠੀਕ ਹੈ, ਮਤਲਬ ਇਹ ਹੈ ਸਾਡਾ ਨਾਮ ਇਨਰੋਲ ਹੋ ਜੇ। ਇਨਰੋਲਮੈਂਟ ਕਿਉਂ ਜ਼ਰੂਰੀ ਹੈ? ਹੁਣ ਐਡਮਿਸ਼ਨ ਦੇ ਵਿੱਚ ਇਨਰੋਲਮੈਂਟ ਦੇ ਵਿੱਚ ਪੜਾਂਗੇ ਕਿ ਇੱਕ ਇਨਰੋਲਮੈਂਟ ਕਿਉਂ ਜ਼ਰੂਰੀ ਹੈ। ਜ਼ਰੂਰੀ ਨਹੀਂ ਅਸੀਂ ਇਨਰੋਲਮੈਂਟ ਸਿਰਫ ਪ੍ਰੈਕਟਿਸ ਲਈ ਕਰਵਾ ਰਹੇ ਹਾਂ ਕਿ ਹਾਂਜੀ ਅਸੀਂ ਫਰਦਰ ਪ੍ਰੈਕਟਿਸ ਹੀ ਕਰਨੀ ਆ। ਤੋ ਚਾਹੇ ਕੋਈ ਲਾਅ ਆਫਿਸਰਸ ਹੋਵੇ ਯੂਨੀਵਰਸਿਟੀ ਵਿੱਚ ਟੀਚ ਕਰ ਰਿਹਾ, ਠੀਕ ਹੈ, ਉਹ ਆਪਣਾ ਨੇਮ ਰਜਿਸਟਰ ਕਰਵਾ ਸਕਦਾ ਐਜ਼ ਐਨ ਐਡਵੋਕੇਟ, ਠੀਕ ਹੈ, ਬਿਕੋਜ਼ ਕੀ ਹੁੰਦਾ ਜਦੋਂ ਤੁਸੀਂ ਲਾਅ ਦੀ ਡਿਗਰੀ ਕੰਪਲੀਟ ਕਰਦੇ ਹੋ ਤੁਹਾਡੇ ਕੋਲ ਲਾਇਸੈਂਸ ਡਿਗਰੀਜ਼ ਹੁੰਦੀਆਂ ਨੇ, ਠੀਕ ਹੈ, ਚਾਹੇ ਤੁਸੀਂ ਮਾਸਟਰਸ ਕੀਤੀ ਹੋਵੇ, ਮਾਸਟਰਸ ਦੀ ਡਿਗਰੀ, ਚਾਹੇ ਇਨਰੋਲਮੈਂਟ ਜਦੋਂ ਮਰਜ਼ੀ ਕਰਵਾ ਲਓ, ਇਨਰੋਲਮੈਂਟ ਦਾ ਕੋਈ ਟਾਈਮ ਨਹੀਂ, ਬਟ ਕਰਵਾਉਣੀ ਹਮੇਸ਼ਾ ਹਰ ਇੱਕ ਲਈ ਜ਼ਰੂਰੀ ਹੁੰਦੀ ਹੈ, ਠੀਕ ਹੈ। ਇਨਰੋਲਮੈਂਟ ਕੀ ਹੁੰਦੀ ਆ ਕਿ ਤੁਸੀਂ ਐਜ਼ ਐਨ ਐਡਵੋਕੇਟ ਤੁਹਾਡਾ ਉਹਨਾਂ ਰੂਲਸ ਐਡਵੋਕੇਟ ਦੇ ਵਿੱਚ ਨਾਮ ਆ ਜਾਂਦਾ ਕਿ ਹਾਂਜੀ ਤੁਸੀਂ ਲਾਅ ਦੀ ਡਿਗਰੀ ਕੀਤੀ ਹੋਈ ਹੈ, ਤੁਸੀਂ ਇੱਕ ਐਡਵੋਕੇਟ ਹੋ, ਮਤਲਬ ਤੁਸੀਂ ਆਪਣਾ ਨਾਮ ਰਜਿਸਟਰ ਕਰਵਾ ਲੈਂਦੇ ਹੋ। ਉਸ ਰਜਿਸਟਰ ਕਰਵਾਉਣ ਦਾ ਮਤਲਬ ਕੀ ਬੈਨੀਫਿਟ ਕੀ ਹੁੰਦਾ ਕਿ ਫਰਦਰ ਅਗਰ ਫਿਊਚਰ ਦੇ ਵਿੱਚ ਤੁਸੀਂ ਪ੍ਰੈਕਟਿਸ ਕਰਨਾ ਚਾਹੋ, ਤੁਸੀਂ ਬਾਰ ਕੌਂਸਲ ਦਾ ਐਗਜ਼ਾਮ ਦੇ ਸਕਦੇ ਹੋ, ਠੀਕ ਹੈ, ਤੁਹਾਡੀ ਅਗਰ ਰਜਿਸਟ੍ਰੇਸ਼ਨ ਹੋਈ ਹੋਏਗੀ, ਤੁਸੀਂ ਰਜਿਸਟਰ ਹੋਏ ਹੋਣਗੇ ਐਜ਼ ਐਨ ਐਡਵੋਕੇਟ, ਠੀਕ ਹੈ, ਬਿਕੋਜ਼ ਉਹ ਤੁਹਾਡਾ ਰਾਈਟ ਹੈ, ਠੀਕ ਹੈ। ਤਾਂ ਅਗਰ ਤੁਸੀਂ ਰਜਿਸਟ੍ਰੇਸ਼ਨ ਕਰਵਾਈ ਹੋਏਗੀ ਦੈਨ ਤੁਸੀਂ ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤੁਹਾਨੂੰ ਇੱਕ ਟੈਂਪਰੇਰੀ ਲਾਇਸੈਂਸ ਮਿਲਦਾ, ਠੀਕ ਹੈ। ਟੈਂਪਰੇਰੀ ਲਾਇਸੈਂਸ ਤੋਂ ਬਾਅਦ ਤੁਸੀਂ ਇੱਕ ਆਲ ਇੰਡੀਆ ਬਾਰ ਕੌਂਸਲ ਦਾ ਐਗਜ਼ਾਮ ਦੇਣਾ ਹੁੰਦਾ। ਉਸ ਤੋਂ ਬਾਅਦ ਜਦੋਂ ਤੁਸੀਂ ਪਰਮਾਨੈਂਟ ਲਾਇਸੈਂਸ ਰਿਸੀਵ ਕਰ ਲੈਂਦੇ ਹੋ ਦੈਨ ਤੁਸੀਂ ਕੋਈ ਅਗਰ ਤੁਸੀਂ ਉਹ ਲਾਇਸੈਂਸ ਰਿਸੀਵ ਕਰ ਲੈਂਦੇ ਹੋ ਤਾਂ ਤੁਸੀਂ ਕੋਈ ਬਿਕੋਜ਼ ਤੁਹਾਡਾ ਇਹ ਹੁੰਦਾ ਕਿ ਤੁਹਾਡੇ ਕੋਲ ਲਾਇਸੈਂਸ ਹੈ, ਠੀਕ ਹੈ। ਟੈਂਪਰੇਰੀ ਲਾਇਸੈਂਸ ਦੀ ਗੱਲ ਹੋਰ ਹੈ, ਠੀਕ ਹੈ। ਟੈਂਪਰੇਰੀ ਦੇ ਵਿੱਚ ਵੀ ਕੀ ਹੁੰਦਾ ਉਹ ਜਸਟ 2 ਸਾਲ ਦੀ ਉਹਨਾਂ ਦੀ ਡੇਟ ਹੁੰਦੀ ਆ, ਠੀਕ ਹੈ, ਉਸ ਸਰਟੀਫਿਕੇਟ ਦੀ। ਤੋ ਰਜਿਸਟ੍ਰੇਸ਼ਨ ਕਰਵਾਉਣ ਦਾ ਪਰਪਸ ਕੀ ਹੈ ਕਿ ਕੱਲ ਅਗਰ ਤੁਸੀਂ ਫਰਦਰ ਇਸ ਲਾਈਨ ਦੇ ਵਿੱਚ ਜਾਣਾ ਚਾਹੋ, ਇਸ ਪ੍ਰੋਫੈਸ਼ਨ ਦੇ ਵਿੱਚ ਜਾਣਾ ਚਾਹੋ ਤਾਂ ਤੁਸੀਂ ਆਲ ਇੰਡੀਆ ਦਾ ਬਾਰ ਦਾ ਐਗਜ਼ਾਮ ਦੇ ਕੇ ਤੁਸੀਂ ਪਰਮਾਨੈਂਟ ਜੋ ਲਾਇਸੈਂਸ ਆ ਉਹ ਰਿਸੀਵ ਕਰ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਇੱਕ ਐਨਰੋਲਮੈਂਟ ਕਰਵਾਈ ਹੋਊਗੀ ਕਿ ਹਾਂਜੀ ਸਾਡਾ ਨਾਮ ਉੱਥੇ ਰਜਿਸਟਰ ਹੈ ਬਟ ਅਸੀਂ ਸਾਡੇ ਕੋਲ ਕੋਈ ਲਾਇਸੈਂਸ ਨਹੀਂ ਹੈ, ਠੀਕ ਹੈ, ਫਰਦਰ ਅਗਰ ਤੁਹਾਡਾ ਪਲਾਨ ਹੋਇਆ ਤਾਂ ਦੈਨ ਤੁਸੀਂ ਕਰ ਸਕਦੇ ਹੋ। ਸੋ ਲక్ష్ਮੀ ਨਾਰਾਇਣ ਵਰਸਸ ਬਾਰ ਕੌਂਸਲ ਆਫ ਇੰਡੀਆ ਦੇ ਕੇਸ ਦੇ ਵਿੱਚ ਇਹੀ ਸੀ ਕਿ ਜੋ ਲਾਅ ਗ੍ਰੈਜੂਏਟਸ ਹੈ ਵਰਕਿੰਗ ਕਰ ਰਿਹਾ ਹੈ ਐਜ਼ ਲਾਅ ਆਫਿਸਰ ਯੂਨੀਵਰਸਿਟੀ ਦੇ ਵਿੱਚ, ਠੀਕ ਹੈ, will be entitled to register his name as an advocate, ਠੀਕ ਹੈ। ਨੈਕਸਟ ਹੈ ਪਰਮਾਨੰਦ ਸ਼ਰਮਾ ਵਰਸਸ ਬਾਰ ਕੌਂਸਲ ਆਫ ਰਾਜਸਥਾਨ। ਇਹ ਵੀ ਸੇਮ ਕੇਸ ਸੀਗਾ ਕਿ ਜੋ ਪਰਸਨ ਵਰਕਿੰਗ ਕਰ ਰਿਹਾ ਸਟੇਟ ਗਵਰਨਮੈਂਟ ਦੇ ਅੰਡਰ ਐਜ਼ ਲਾਅ ਆਫਿਸਰ ਉਹ ਵੀ ਇੰਟਾਈਟਲ ਹੈ ਕਿ ਉਹ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਆਪਣੇ ਰੋਲ ਆਫ ਐਡਵੋਕੇਟ ਦੇ ਵਿੱਚ, ਠੀਕ ਹੈ। ਕਿ persons who cannot do legal profession, ਹੁਣ ਜਿਵੇਂ ਨਾਮ ਇਨਰੋਲ ਕਰਵਾ ਲਿਆ, ਠੀਕ ਹੈ, ਜਿਵੇਂ ਤੁਹਾਨੂੰ ਪਤਾ ਕਿ ਅਗਰ ਤੁਸੀਂ ਲਾਇਸੈਂਸ ਰਿਸੀਵ ਕਰ ਲੈਂਦੇ ਹੋ ਮਤਲਬ ਇਹ ਹੈ ਕਿ ਤੁਹਾਡੇ ਕੋਲ ਲਾਇਸੈਂਸ ਹੈ, ਤੁਸੀਂ ਪ੍ਰੈਕਟਿਸ ਦੇ ਨਾਲ ਨਾਲ ਤੁਸੀਂ ਅਦਰ ਵਰਕ ਕਰ ਰਹੇ ਹੋ, ਠੀਕ ਹੈ। ਇੱਕ ਕੰਮ ਕਰ ਸਕਦੇ ਹੋ, ਠੀਕ ਹੈ, ਜਾਂ ਤਾਂ ਲੀਗਲ ਪ੍ਰੋਫੈਸ਼ਨ ਜਿਵੇਂ ਫੋਰ ਐਗਜ਼ਾਮਪਲ ਇੱਕ ਜੋ ਡਾਕਟਰ ਹੈ, ਠੀਕ ਹੈ, ਕੀ ਡਾਕਟਰ ਲੀਗਲ ਪ੍ਰੋਫੈਸ਼ਨ ਦੇ ਵਿੱਚ ਇਨਰੋਲ ਹੋ ਸਕਦਾ, ਅਪੀਅਰ ਹੋ ਸਕਦਾ? ਆਪਣੇ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਨਹੀਂ ਹੋ ਸਕਦਾ ਨਾ। ਡਾਕਟਰ ਹਨੀ ਰਾਜ ਲਾਲ ਚਲੋਨੀ ਵਰਸਸ ਬਾਰ ਕੌਂਸਲ ਆਫ ਮਹਾਰਾਸ਼ਟਰ ਦਾ ਕੇਸ ਸੀ ਜਿਹਦੇ ਵਿੱਚ ਕਿਹਾ ਸੀ ਕਿ ਲੀਗਲ ਪ੍ਰੋਫੈਸ਼ਨ ਸਾਡਾ ਫੁੱਲ
टाइम प्रोफेशन है, ठीक है। एक एडवोकेट अपना नेम इनरोल करांदा एडवोकेट्स दे नाल, ठीक है, इन द रोल ऑफ एडवोकेट, द एडवोकेट हैव टू गिव देयर फुल टाइम टू प्रैक्टिस। तो अगर नो डॉक्टर कैन डू लीगल प्रोफेशन विद हिज मेडिकल प्रोफेशन, ठीक है। हुण जिवें एक एसटीडी वाला एसटी बूथ चला रहा, वो लीगल प्रैक्टिस नहीं कर सकदा, ठीक है। तो नो कि तुसी कोई भी प्रोफेशन अपने इस प्रोफेशन दे नाल तुसी अदर प्रोफेशन जिहड़ा नहीं कर सकदे, जिवें ओनली एडवोकेट्स कैन प्लीड द केस, नो अदर पर्सन कैन प्लीड द केस, ठीक है। तो राइट ऑफ टू प्रैक्टिस क्लियर है स्टूडेंट? क्लियर है। तो ਇੱਕ ਲੀਗਲ ਪ੍ਰੈਕਟਿਸ ਦੇ ਲਈ, ਲੀਗਲ ਪ੍ਰੋਫੈਸ਼ਨ ਦੇ ਲਈ ਅਗਰ ਤੁਸੀਂ ਪ੍ਰੈਕਟਿਸ ਦੇ ਵਿੱਚ ਜਾਣਾ ਚਾਹੁੰਦੇ ਹੋ, ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਜਿਵੇਂ ਯੂਨੀਵਰਸਿਟੀ ਦੇ ਵਿੱਚ ਕੋਈ ਲਾਅ ਐਜ਼ ਲਾਅ ਆਫਿਸਰ ਕੋਈ ਜੌਬ ਕਰ ਰਿਹਾ, ਵਰਕ ਕਰ ਰਿਹਾ, ਠੀਕ ਹੈ। ਤੁਹਾਡੀ ਇਨਰੋਲਮੈਂਟ ਜ਼ਰੂਰੀ ਹੈ ਸਭ ਦੇ ਲਈ, ਅਗਰ ਤੁਸੀਂ ਫਰਦਰ ਆਪਣਾ ਇਹ ਬਿਜ਼ਨਸ, ਆਪਣਾ ਇਹ ਪ੍ਰੋਫੈਸ਼ਨ ਨੂੰ ਕੰਟੀਨਿਊ ਕਰਨਾ ਚਾਹੋ, ਠੀਕ ਹੈ। तो पर्सन लीगल प्रोफेशन ਦੇ ਲਈ two condition are necessary for legal profession। ਇੱਕ ਤਾਂ ਤੁਹਾਡਾ law graduate ਹੋਣਾ ਜ਼ਰੂਰੀ ਹੈ, ਠੀਕ ਹੈ, law graduate। second registration of norm in role of advocate, ਠੀਕ ਹੈ। ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਨਾਮ ਦੀ ਉਹਨਾਂ ਐਡਵੋਕੇਟਸ ਦੇ ਵਿੱਚ, ਜਿਹੜੀ ਅੱਧ ਜਿੱਥੇ ਬਾਕੀ ਸਭ ਦਾ ਨੇਮ ਰੋਲ ਕੀਤਾ ਹੋਏਗਾ, ਠੀਕ ਹੈ। ਅਗਰ ਤੁਸੀਂ ਕਿਸੇ ਅਦਰ ਬਿਜ਼ਨਸ ਨਾਲ ਅਟੈਚ ਨਹੀਂ ਹੋ, ਠੀਕ ਹੈ, ਅਗਰ ਅਟੈਚ ਹੋ ਦੈਨ ਇਹ ਤੁਸੀਂ ਇੰਟਾਈਟਲ ਨਹੀਂ ਹੈਗੇ ਕਿ ਤੁਸੀਂ ਲੀਗਲ ਪ੍ਰੋਫੈਸ਼ਨ ਕਰ ਸਕਦੇ, ਠੀਕ ਹੈ। So two conditions are necessary for legal profession: law graduates and ਤੁਹਾਡੀ registration of name in role of advocates। then ਤੁਹਾਡੇ ਕੋਲ right ਹੋਏਗਾ right to practice, ਠੀਕ ਹੈ student? ਓਕੇ ਜੀ। right to practice clear ਹੈ? ਯੈਸ। ਹਾਂਜੀ ਮੈਮ। ਜੀ ਮੈਨੂੰ ਹੁਣ ਤੁਸੀਂ ਕੱਲ ਵਾਲਾ ਸੁਣਾਓਗੇ ਜਿਹੜਾ ਮੈਂ ਕਰਾਇਆ। ਠੀਕ ਹੈ ਜੀ। ਇੱਕ ਗੱਲ ਦੱਸੋ, ਜਿਹੜਾ ਆਲ ਇੰਡੀਆ ਬਾਰ ਐਗਜ਼ਾਮ ਹੈ, ਕੀ ਉਹਦੀ ਕੁਝ ਅਟੈਂਪਟ ਕਿੰਨੀਆਂ ਮਿਨੀਮਮ ਅਟੈਂਪਟਸ ਹੁੰਦੀਆਂ ਨੇ? 3 ਆਈ 3 ਅਟੈਂਪਟਸ ਨੇ, 3 ਚ ਕਲੀਅਰ ਕਰਨਾ ਜ਼ਰੂਰੀ। ਤੁਹਾਨੂੰ ਕਿਹਨੇ ਕਿਹਾ ਸੀ? ਹਾਂਜੀ ਤੁਹਾਨੂੰ ਕਿਵੇਂ ਪਤਾ? ਮੈਨੂੰ ਪਤਾ ਹੀ, ਜਿਹੜਾ ਟੈਂਪਰੇਰੀ ਲਾਇਸੈਂਸ ਵੀ ਉਹ ਫਸਟ ਟਾਈਮ ਦੇ ਵਿੱਚ 2 ਸਾਲ ਦਾ ਹੁੰਦਾ, ਉਸ ਤੋਂ ਬਾਅਦ ਜੇ ਆਪਾਂ ਉਹੀ ਟੈਂਪਰੇਰੀ ਲਾਇਸੈਂਸ ਨੂੰ ਅਸੀਂ ਐਕਸਟੈਂਡ ਕਰਾਉਂਦੇ ਹਾਂ ਤਾਂ ਉਹ 2-3 ਸਾਲ ਵਾਸਤੇ ਐਕਸਟੈਂਡ ਹੋ ਜਾਂਦਾ ਜੀ। ਉਸ ਤੋਂ ਬਾਅਦ ਉਹਨੂੰ ਰੀਇਸ਼ੂ ਕਰਵਾਇਆ ਜਾਂਦਾ। ਹਾਂ ਬਟ ਉਹ 1 ਸਾਲ ਐਕਸਟੈਂਡ ਹੋ ਜਾਂਦਾ, ਉਸ ਤੋਂ ਬਾਅਦ 2 ਤੋਂ ਬਾਅਦ 3 ਸਾਲ ਦਾ ਜਦੋਂ ਤੁਹਾਨੂੰ ਇਹ ਲੱਗਦਾ ਤੁਹਾਡਾ ਟੈਂਪਰੇਰੀ ਲਾਇਸੈਂਸ ਦੀ ਐਕਸਪਾਇਰੀ ਡੇਟ ਜੋ ਫਿਨਿਸ਼ ਹੋ ਐਕਸਪਾਇਰ ਹੋ ਰਿਹਾ, ਉਹਨੂੰ ਆਪਾਂ ਨੂੰ 1-2 ਮਹੀਨੇ ਪਹਿਲੇ ਕਰਨਾ ਪੈਂਦਾ ਹੀ। ਹਾਂ ਤੁਸੀਂ ਉਹਨੂੰ ਪਹਿਲਾਂ ਰੀਨਿਊ ਕਰਵਾਓਗੇ। ਹਾਂਜੀ ਹਾਂਜੀ, ਉਹਨੂੰ ਪਹਿਲੇ ਐਕਸਟੈਂਸ਼ਨ ਵਾਸਤੇ। ਅਗਰ ਤੁਸੀਂ ਬਾਹਰ ਕੌਂਸਲ ਦਾ ਐਗਜ਼ਾਮ ਦੇਤਾ, ਉਹ ਕਲੀਅਰ ਹੈ, ਦੈਨ ਫਿਰ ਕੋਈ ਨੀਡ ਨਹੀਂ ਹੁੰਦੀ, ਬਿਕੋਜ਼ ਤੁਹਾਡੇ ਕੋਲ ਪਰਮਾਨੈਂਟ ਲਾਇਸੈਂਸ ਆ ਜਾਣਾ, ਠੀਕ ਹੈ। ਹਾਂਜੀ ਤੇ 2 ਵਾਰ ਐਗਜ਼ਾਮ ਜਿਹੜਾ ਹੈਲਡ ਕੀਤਾ ਜਾਂਦਾ, ਠੀਕ ਹੈ, ਟਵਾਈਸ ਈਚ ਈਅਰ। ਕਿੰਨੀਆਂ ਅਟੈਂਪਟਸ ਹੁੰਦੀਆਂ ਨੇ? ਕਿੰਨੀਆਂ? 2 ਨਹੀਂ 2 ਜੀ। ਨਾ 2 ਵਾਰ ਐਗਜ਼ਾਮ ਹੁੰਦਾ ਹੈ। 2 ਵਾਰ ਐਗਜ਼ਾਮ ਹੁੰਦਾ ਸਾਲ ਹੁੰਦਾ 1 ਜੂਨ ਤੇ 1 ਦਸੰਬਰ ਜੀ। ਅੱਛਾ, ਸਾਲ ਦੇ ਵਿੱਚ ਸਾਲ ਦੇ ਵਿੱਚ 2 ਵਾਰ ਐਗਜ਼ਾਮ ਹੁੰਦਾ ਹੈ। ਮੈਂ ਮਿਨੀਮਮ ਅਟੈਂਪਟਸ ਪੁੱਛ ਰਹੀ ਸੀ ਕਿ ਅਗਰ ਮੰਨ ਲਓ ਕਿਸੇ ਦਾ ਪੇਪਰ ਡਿਸਕੁਆਲੀਫਾਈ ਹੋ ਗਿਆ, ਫਿਰ ਉਸ ਤੋਂ ਬਾਅਦ ਦੇ ਸਕਦਾ, ਕਿੰਨੇ ਉਹ ਅਟੈਂਪਟਸ ਦੀ ਕੋਈ ਲਿਮਿਟ ਹੈ? ਅੱਛਾ ਉਹਦੀ 3 ਨਹੀਂ, ਨੋ ਲਿਮਿਟ ਹੈ ਜੀ, ਕੋਈ ਲਿਮਿਟ ਨਹੀਂ ਹੈਗੀ। ਤੁਸੀਂ ਜਿੰਨੀ ਵਾਰ ਮਰਜ਼ੀ ਪੇਪਰ ਦੇ ਜਾਓ। ਹਾਂਜੀ ਮੈਮ, ਕੋਈ ਲਿਮਿਟ ਨਹੀਂ ਹੋਦੀ। ਰੂਲ 10 ਦੇ ਵਿੱਚ ਲਿਖਿਆ ਹੋਇਆ ਹੈ, ਠੀਕ ਹੈ। ਪਹਿਲਾਂ ਹੁੰਦਾ ਸੀ ਕਿ ਲਿਮਿਟਸ ਹੁੰਦੀਆਂ ਸੀਗੀਆਂ, ਠੀਕ ਹੈ। ਪਹਿਲੇ 3 ਪਹਿਲਾਂ ਹੁੰਦੀਆਂ ਸੀ ਸੀ, ਕਿ 3 ਹਾਂ 2 ਮੇ ਵੀ 3 ਹੁੰਦੀਆਂ ਸੀ, ਠੀਕ ਹੈ, ਪਹਿਲਾ ਲਿਮਿਟ। ਉਸ ਤੋਂ ਬਾਅਦ ਕੀ ਆਇਆ ਕਿ ਹਾਂਜੀ, ਫਿਰ ਉਸ ਤੋਂ ਬਾਅਦ ਕਿ ਉਹਨਾਂ ਨੇ ਕਰਤਾ ਕਿ ਇੱਕ ਅਨਸਕਸੈਸਫੁਲ ਐਡਵੋਕੇਟ ਹੈ, ਉਹ ਅਗੇਨ ਅਪੀਅਰ ਹੋ ਸਕਦਾ ਵਿਦਆਊਟ ਐਨੀ ਲਿਮਿਟ ਔਨ ਦਾ ਨੰਬਰ ਆਫ ਅਟੈਂਪਟਸ, ਠੀਕ ਹੈ। ਉਹਦੇ ਵਿੱਚ ਤਾਂ 10 ਸੈਕਸ਼ਨ ਹਾਂਜੀ
ਰੂਲ 10 ਹੈ, ਰੂਲ Section 10 ਹੈ ਜੋ ਐਡਵੋਕੇਟ ਐਕਟ ਦਾ, ਰੂਲ 10 ਸੈਕਸ਼ਨ। ਪਰ ਜੇ ਫੇਲ ਹੋ ਜਾਂਦਾ ਜੀ ਫਿਰ ਪ੍ਰੈਕਟਿਸ ਨਹੀਂ ਕਰ ਸਕਦਾ ਜੀ। ਨਹੀਂ, ਤੁਹਾਨੂੰ ਪਰਮਾਨੈਂਟ ਲਾਇਸੈਂਸ ਦੇ ਲਈ ਹੁਣ ਜਿਵੇਂ ਹੁਣ ਦੇਖੋ ਹੁਣ ਹਾਂਜੀ। ਹੁਣ ਮੈਂ ਦੱਸਦੀ ਹਾਂ, ਹੁਣ ਤੁਸੀਂ ਲਾਅ ਕਰ ਲਈ, ਠੀਕ ਹੈ, ਲਾਅ ਕਰ ਲਈ, ਤੁਹਾਡੇ ਕੋਲ ਡਿਗਰੀਜ਼ ਆ ਗਈ, ਸਾਰੇ DMC ਆ ਗਏ, ਬਿਕੋਜ਼ ਉੱਥੇ ਸਾਰੀ ਡਿਗਰੀ DMC ਵੈਰੀਫਾਈ ਕੀਤੇ ਜਾਂਦੇ ਆ ਕਿ ਹਾਂਜੀ ਤੁਸੀਂ ਐਕਸਲ ਤੇ ਲਾਅ ਕੀਤੀ ਹੈ ਐਂਡ ਕਿ ਉਹ ਮਤਲਬ ਵੈਰੀਫਾਈ ਕੀਤੇ ਜਾਂਦੇ ਆ ਕਿ ਰੀਅਲ ਹੈ ਵੀ ਨਹੀਂ, ਠੀਕ ਹੈ, ਜਿੱਥੋਂ ਵੀ ਤੁਸੀਂ ਆਪਣਾ ਲਾਅ ਕੀਤਾ ਹੁੰਦਾ ਹੈ। ਤੋ ਉਸ ਤੋਂ ਬਾਅਦ ਤੁਸੀਂ ਲਾਅ ਦੀ ਡਿਗਰੀ ਕਰ ਲਈ, ਦੈਨ ਤੁਸੀਂ ਇਨਰੋਲਮੈਂਟ ਲਈ ਜਾਓਗੇ, ਠੀਕ ਹੈ, ਲਾਅ ਭਵਨ ਦੇ ਵਿੱਚ ਤੁਸੀਂ ਇਨਰੋਲਮੈਂਟ ਕਰਾਓਗੇ ਆਪਣੇ ਆਪ ਨੂੰ, ਜਿਹਦੇ ਵਿੱਚ ਕੀ ਆ ਤੁਹਾਡਾ ਨਾਮ ਹੀ ਰਜਿਸਟਰ ਹੋ ਜਾਏਗਾ ਕਿ ਹਾਂਜੀ ਇੱਕ ਤੁਹਾਡੇ ਅਦਰਸ ਜਿਹੜੇ ਐਡਵੋਕੇਟਸ ਨੇ ਉਹਨਾਂ ਦੇ ਰੂਲਸ ਦੇ ਵਿੱਚ ਤੁਹਾਡਾ ਨਾਮ ਰਜਿਸਟਰ ਹੋ ਜਾਏਗਾ ਕਿ ਹਾਂਜੀ ਅਗਰ ਤੁਸੀਂ ਫਰਦਰ ਪ੍ਰੋਸੈਸ ਕਰਨਾ ਚਾਹੋ ਤਾਂ ਜਦੋਂ ਤੁਸੀਂ ਉਹ ਸਾਰੇ ਫਾਰਮ ਵਗੈਰਾ ਭਰਦੇ ਹੋ ਤਾਂ ਉੱਥੇ ਇੱਕ ਫੀਸ ਵੀ ਹੁੰਦੀ ਹੈ, ਇਨਰੋਲਮੈਂਟ ਫੀਸ ਨਾਲ ਫਿਲ ਕਰਵਾਉਂਦੇ ਆ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ ਫਾਰਮ ਵਗੈਰਾ ਇਨਰੋਲਮੈਂਟ ਫਿਲ ਵਗੈਰਾ ਕਰਵਾਉਂਦੇ ਹੋ, ਫੀਸ ਕਰਵਾਉਂਦੇ ਹੋ ਫਿਲ, ਠੀਕ ਹੈ, ਤੁਹਾਨੂੰ ਵਿਦਿਨ 1, ਠੀਕ ਹੈ, ਵਿਦਿਨ 1 ਮੰਥ ਤੁਹਾਨੂੰ ਟੈਂਪਰੇਰੀ ਲਾਇਸੈਂਸ ਇਸ਼ੂ ਹੋ ਸਕਦਾ, ਠੀਕ ਹੈ, ਵਿਦਿਨ 1 ਮੰਥ। ਕਨਵੋਕੇਸ਼ਨ ਵੀ ਹੋ ਸਕਦੀ ਹੈ, ਠੀਕ ਹੈ, ਉਹ ਤੁਹਾਡੇ ਤੇ ਆ, ਤੁਸੀਂ ਕਨਵੋਕੇਸ਼ਨ ਤੇ ਜਾਣਾ ਚਾਹੋ ਤਾਂ ਉੱਥੇ ਤੁਹਾਨੂੰ ਉੱਥੇ ਉਹ ਟੈਂਪਰੇਰੀ ਲਾਇਸੈਂਸ ਪ੍ਰੋਵਾਈਡ ਕਰ ਦਿੰਦੇ ਆ। ਅਗਰ ਤੁਸੀਂ ਬਾਅਦ ਵਿੱਚ ਲੈ ਕੇ ਆਉਣਾ ਚਾਹੋ ਤਾਂ ਤੁਸੀਂ ਬਾਅਦ ਵਿੱਚ ਵੀ ਲੈ ਕੇ ਆ ਸਕਦੇ ਹੋ। ਕਨਵੋਕੇਸ਼ਨ ਤਾਂ ਹਮੇਸ਼ਾ ਹੁੰਦੀ ਹੀ ਹੈ, ਸਾਲ 'ਚ ਮੇਬੀ 1 ਜਾਂ 2 ਵਾਰੀ ਹੁੰਦੀ ਹੈ, ਠੀਕ ਹੈ। ਤੋ ਉਹਦੇ ਵਿੱਚ ਕੀ ਹੁੰਦਾ ਅਗਰ ਕਨਵੋਕੇਸ਼ਨ ਤੇ ਕੀ ਜਿਹੜਾ ਤੁਸੀਂ ਆ ਰੂਲ ਕਹਿ ਰਹੇ ਹੋ ਜੀ, ਰੂਲ 10 ਕਿਹੜੇ ਸੈਕਸ਼ਨ ਦੇ ਅੰਡਰ ਆ ਜਾਂਦਾ ਜੀ? ਇਹ ਐਡਮਿਸ਼ਨਸ ਵਾਲਾ ਹੈ, 2A ਹੈ। ਐਡਮਿਸ਼ਨ ਖੋਲ ਕੇ ਬੈਠਾ ਜੀ, ਐਡਮਿਸ਼ਨਸ ਤਾਂ ਮੈਂ ਸੈਕਸ਼ਨ 16 ਤੋਂ ਸਟਾਰਟ ਹੋ ਜਾਂਦਾ ਜੀ ਇਹਦਾ। ਅਨਰੋਲਮੈਂਟ ਹੈ, ਅਨਰੋਲਮੈਂਟ ਆਫ ਐਡਵੋਕੇਟ 2A 24 ਹਾਂਜੀ, ਉਹ 2A ਐਨਰੋਲਮੈਂਟ ਆਫ ਐਡਵੋਕੇਟ ਦੇ ਵਿੱਚ ਆ, ਆਲ ਇੰਡੀਆ ਬਾਰ ਐਗਜ਼ਾਮੀਨੇਸ਼ਨ। 24A ਤੋਂ ਪਹਿਲਾਂ ਦੇਖੋ, ਡਿਸਕੁਆਲੀਫਿਕੇਸ਼ਨ ਤੋਂ ਪਹਿਲਾਂ ਵਾਲਾ 24 ਤਾਂ ਵੀ person who may be admitted as an advocate on state ਵਾਲਾ ਮਿਲ ਗਿਆ। 24 ਮਿਲਿਆ ਵਾ ਤਾਂ ਮੈਂ ਤੇ 24A ਤੋਂ ਪਹਿਲਾਂ ਵਾ 2A ਡਾਇਰੈਕਟ ਖੋਲਿਆ ਤੁਸੀਂ, ਹਾਂਜੀ ਹਾਂਜੀ ਆਲ ਇੰਡੀਆ ਬਾਰ ਐਗਜ਼ਾਮੀਨੇਸ਼ਨ ਵਾਲਾ ਪੁਆਇੰਟ ਦੇਖੋ, ਤੁਹਾਨੂੰ ਮਿਲੇਗਾ ਆਲ ਇੰਡੀਆ ਬਾਰ ਐਗਜ਼ਾਮੀਨੇਸ਼ਨ। ਲੱਭ ਰਿਹਾ ਜੀ ਕਿੱਥੇ ਤਾਂ ਮੈਨੂੰ ਯਾਦ ਹੈ ਤਿੰਨ ਟਾਈਮ ਚੱਲੀ ਕਾਫੀ ਦੇਖ ਲੈਂਦਾ ਅਪਡੇਟ ਨਹੀਂ ਨਾ ਪਹਿਲਾਂ ਤਾਂ ਐਗਜ਼ਾਮ ਹੀ ਨਹੀਂ ਸੀ ਹੁੰਦਾ, ਠੀਕ ਹੈ, ਫਿਰ ਇਹਨਾਂ ਨੇ ਪਹਿਲਾਂ ਐਗਜ਼ਾਮ ਤਾਂ ਆਲ ਇੰਡੀਆ ਬਾਰ 2010 ਨੇ ਤੋਂ ਸਟਾਰਟ, ਇਹ ਤਾਂ 2001 ਤੋਂ ਸਟਾਰਟ ਹੋਇਆ ਜੀ, ਉਸ ਤੋਂ ਪਹਿਲਾਂ ਐਗਜ਼ਾਮ ਨਹੀਂ ਸੀ ਹੁੰਦਾ। ਜਿਨ੍ਹਾਂ ਨੇ 2001 ਤੋਂ ਪਹਿਲਾਂ ਲਾਅ ਕੀਤੀ ਉਹਨਾਂ ਨੂੰ ਅੱਜ ਵੀ ਜੇ ਅਪਲਾਈ ਕਰਦੇ ਉਹਨਾਂ ਨੂੰ ਪੇਪਰ ਨਹੀਂ ਦੇਣਾ ਪੈਣਾ, ਉਹਨਾਂ ਨੂੰ ਲਾਇਸੈਂਸ ਡਾਇਰੈਕਟਲੀ ਇਸ਼ੂ ਹੋ ਜਾਂਦਾ। ਬਟ ਉਸ ਤੋਂ ਬਾਅਦ ਇਹ ਐਗਜ਼ਾਮ ਦਾ ਸਿਸਟਮ ਸਟਾਰਟ ਹੋਇਆ ਸੀ 2001 ਤੋਂ। ਪਹਿਲਾਂ ਤਾਂ ਏਦਾਂ ਇਨਰੋਲਮੈਂਟ ਸਿੱਧੀ ਡਾਇਰੈਕਟ ਹੋ ਜਾਂਦੀ ਸੀ ਐਂਡ ਉਸ ਟਾਈਮ ਤਾਂ ਤੁਹਾਡੀ ਇਨਰੋਲਮੈਂਟ ਫੀ ਵੀ ਬਹੁਤ ਘੱਟ ਸੀਗੀ, 500 ਤੱਕ ਸੀਗੀ ਬਸ, ਇਹ ਤਾਂ 300 to 500 ਤੱਕ। ਹਾਂਜੀ ਇਹ ਤਾਂ ਤੁਸੀਂ ਦੱਸਿਆ ਹਾਂ, ਤਾਂ ਉਹਦੇ ਵਿੱਚ ਕੀ ਆ ਹੁਣ ਜਿਵੇਂ ਵੈਸੇ ਕਨਵੋਕੇਸ਼ਨ ਬੈਸਟ ਹੁੰਦੀ ਆ ਅਗਰ ਤੁਸੀਂ ਆਪਣੀ ਲਾਇਸੈਂਸ ਨੂੰ ਕਨਵੋਕੇਸ਼ਨ ਤੇ ਟ੍ਰੀਟ ਕਰਦੇ ਹੋ, ਤੁਹਾਨੂੰ ਗਾਊਨ ਪਵਾ ਕੇ ਮਤਲਬ ਪੂਰੀ ਪ੍ਰੋਪਰ ਫੀਲਿੰਗ ਦਿਵਾ ਕੇ ਐਡਵੋਕੇਟ ਦੀ, ਉੱਥੇ ਇੱਕ ਜੱਜਸ ਆਉਂਦੇ ਨੇ ਐਂਡ ਚੇਅਰਮੈਨ ਹੁੰਦੇ ਨੇ ਲਾਅ ਭਵਨ ਤੇ ਇਹ ਉੱਥੇ ਪ੍ਰੈਜ਼ੈਂਟ ਹੁੰਦੇ ਨੇ, ਵਾਈਸ ਚੇਅਰਮੈਨ ਹੁੰਦੇ ਨੇ, ਤਾਂ ਇੱਕ ਕੋਈ ਵੀ ਜੱਜ ਆਉਂਦਾ ਸੁਪਰੀਮ ਕੋਰਟ ਦਾ, ਠੀਕ ਹੈ, ਉਹ ਤੁਹਾਨੂੰ ਆਨਰ ਕਰਦੇ ਨੇ। ਤਾਂ ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਤੁਹਾਡੇ ਕੋਲੇ ਟੈਂਪਰੇਰੀ ਲਾਇਸੈਂਸ ਆ ਗਿਆ, ਠੀਕ ਹੈ, ਤੁਸੀਂ ਇਨਰੋਲਮੈਂਟ ਕਰਵਾ ਲਈ, ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਤੁਹਾਡਾ ਐਗਜ਼ਾਮ ਜੋ ਵੀ ਮੰਥ ਆਏਗਾ, ਚਾਹੇ ਉਹ ਦਸੰਬਰ ਵਾਲਾ ਇੱਕ ਜੂਨ 'ਚ ਪੇਪਰ ਹੁੰਦਾ, ਇੱਕ ਦਸੰਬਰ 'ਚ ਹੁੰਦਾ, ਤੁਸੀਂ ਇਹਨਾਂ 'ਚੋਂ ਕੋਈ ਵੀ ਫਿਲ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ ਪਹਿਲਾਂ ਫਾਰਮ ਫਿਲ ਕਰਨਾ ਪਏਗਾ, ਠੀਕ ਹੈ, ਐਗਜ਼ਾਮ ਦਾ, ਆਲ ਇੰਡੀਆ ਬਾਰ ਐਗਜ਼ਾਮ ਦਾ। ਤਾਂ ਉਹਦਾ ਜਿਹੜਾ ਸਿਲੇਬਸ ਹੁੰਦਾ ਹੈ ਉਹ ਜੋ ਹੈ ਉਹਨਾਂ ਨੇ ਮੈਂਸ਼ਨ ਕੀਤਾ ਹੁੰਦਾ ਹੈ, ਡਿਟਰਮਾਈਨ ਕੀਤਾ ਹੁੰਦਾ ਸਿਲੇਬਸ ਜਿਹੜਾ ਕਿ ਕਿਹੜੀ ਰੀਡਿੰਗਸ ਪੜ੍ਹਨੀਆਂ ਨੇ, ਠੀਕ ਹੈ, ਉਹ ਸਾਰਾ ਸਿਲੇਬਸ ਸੈੱਟ ਕੌਣ ਕਰਦਾ ਹੈ? ਪਤਾ ਕਿਸੇ ਨੂੰ ਕੌਣ ਸੈੱਟ ਕਰਦਾ ਤੁਹਾਡਾ ਪੇਪਰ? ਜਿਹੜੇ ਹੁੰਦੇ ਜੀ ਜੋ ਕਮੇਟੀ ਦੇ ਐਕਸਪਰਟ ਹੁੰਦੇ ਨੇ ਉਹੀ ਤੁਹਾਡਾ ਸਿਲੇਬਸ ਸਿਲੈਕਟ ਕਰਦੇ ਨੇ, ਠੀਕ ਹੈ, ਰੀਡਿੰਗਸ, ਪੇਪਰ ਸੈਟਰ, ਮੋਡਰੇਟਰ, ਇਵੈਲੂਏਟਰ, ਠੀਕ ਹੈ, ਉਹ ਜੋ ਤੁਹਾਡਾ ਪੇਪਰ ਸਾਰਾ ਉਹ ਬਾਰ ਕੌਂਸਲ ਦੇ ਜਿਹੜੇ
ਕਮੇਟੀ ਮੈਂਬਰਸ ਨੇ ਉਹ ਸਾਰਾ ਸਿਲੈਕਟ ਕਰਦੇ। ਠੀਕ ਹੈ, ਸੋ ਜਿਹੜੀ ਇਹਨਾਂ ਵਿੱਚ ਪਰਸੈਂਟੇਜ ਹੁੰਦੀ ਆ, ਠੀਕ ਹੈ, ਉਹਦੇ ਵਿੱਚ 45 ਮਾਰਕਸ ਵਾਲਾ ਪਾਸ ਹੁੰਦਾ ਹੈ 100 ਦੇ ਵਿੱਚੋਂ। ਮੈਮ 40 ਵਾਲਾ ਨੋ 45 ਵਾਲਾ ਪਤਾ ਨਹੀਂ, ਮੈंने ਆਪਣੇ तो ਲਾਅ ਦੇ 40 ਵਾਲਾ ਦੇਖਾ था। ਆਪਣੇ ਲਾਅ ਦੇ ਵਿੱਚੋਂ 100 ਦੇ ਵਿੱਚੋਂ 45 ਵਾਲਾ ਮਾਰਕਸ ਪਾਸ ਹੁੰਦਾ। ਤੁਹਾਡੇ 74 ਦਾ ਐਗਜ਼ਾਮ ਹੁੰਦਾ ਹੈ, ਠੀਕ ਹੈ, 26 ਦੀ ਇੰਟਰਨਲ ਹੁੰਦੀ ਆ, ਠੀਕ ਹੈ, 100 ਹੋ ਗਿਆ। 100 ਵਿੱਚੋਂ ਤੁਹਾਨੂੰ ਪਾਸਿੰਗ ਮਾਰਕਸ ਕਿੰਨੇ ਚਾਹੀਦੇ ਹੁੰਦੇ ਆ? 33 ਜਿਹੜਾ ਪਾਸ ਹੁੰਦਾ ਜੀ। ਹੁਣ ਆਪਣੇ ਲਾਅ ਦੇ ਵਿੱਚ 33 ਵਾਲਾ ਤਾਂ 45 ਜਿਹੜਾ ਹੁੰਦਾ ਜੀ। ਲਾਅ ਦੇ ਵਿੱਚ ਇਹ ਚੀਜ਼ ਮੈਂਸ਼ਨ ਸਪੈਸ਼ਲ ਕੀਤੀ ਆ ਸਿਲੇਬਸ ਦੇ ਵਿੱਚ। 40 ਵਾਲਾ ਹੁੰਦਾ, 45 ਵਾਲਾ ਹੁੰਦਾ ਜੀ। 45% ਚਾਹੀਦੇ ਆ। ਸੇਮ ਹੈ, ਇਹ ਬਾਰ ਕੌਂਸਲ ਦਾ ਹੀ ਕ੍ਰਾਈਟੇਰੀਆ ਜੋ ਆਪਣੇ ਇੱਥੇ 45 ਦਾ ਅਪਲਾਈ ਹੁੰਦਾ ਹੈ, ਕਿਉਂਕਿ ਵੈਸੇ 33 ਵਾਲਾ ਹੁੰਦਾ। ਸਕੂਲ ਟਾਈਮ ਆਪਾਂ 33 ਮਾਰਕਸ ਹੀ ਲੈਂਦੇ ਰਹੇ ਹਾਂ, ਠੀਕ ਹੈ। 45% ਕਿਹਨੇ ਕੀਤਾ ਹੈ? ਬਾਰ ਕੌਂਸਲ। ਤੁਹਾਨੂੰ ਕਿਵੇਂ ਪਤਾ ਹੀ 33 ਵਾਲੇ ਪਾਸ 33 ਲੈ ਕੇ ਪਾਸ ਹੋਏ? ਤੁਸੀਂ 33 ਨੰਬਰ ਲੈ? ਹਾਂਜੀ 33 ਨੰਬਰ। ਮੈਂ ਮੈਥ 'ਚ ਬਹੁਤ ਵੀਕ ਹੁੰਦੀ ਸੀ ਨਾ, ਮੇਰੇ 33 ਨੰਬਰ ਆਉਂਦੇ ਹੁੰਦੇ ਸੀ। ਹਾਂਜੀ, ਸੋ ਵਿਦਿਨ 30 ਮੰਥ ਤੁਹਾਨੂੰ ਸਾਰੇ, ਮੈਂ ਤਾਂ ਇਹੀ ਕਹੂੰਗੀ ਸਾਰੇ ਕਨਵੋਕੇਸ਼ਨ ਤੇ ਜਾਇਓ, ਬਹੁਤ ਮਜ਼ਾ ਆਉਂਦਾ। ਉੱਥੇ ਕੀ ਹੁੰਦਾ, ਉੱਥੇ ਲੰਚ ਵੀ ਕਰਾਉਂਦੇ ਆ, ਤੁਸੀਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਜਾ ਸਕਦੇ ਹੋ। ਓਪਨ ਇਨਵੀਟੇਸ਼ਨ ਹੁੰਦਾ, ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾਣਾ, ਤੁਸੀਂ ਖੁਦ, ਠੀਕ ਹੈ। ਸੋ ਮੈਂ ਤਾਂ ਇਹੀ ਕਹੂੰਗੀ ਕਿ ਕਨਵੋਕੇਸ਼ਨ ਮਿਸ ਨਾ ਕਰਿਓ। ਐਂਡ ਜਦੋਂ ਤੁਹਾਡੀ ਇਨਰੋਲਮੈਂਟ ਹੋ ਜਾਂਦੀ ਆ, ਮਤਲਬ ਤੁਸੀਂ ਲਾਇਸੈਂਸ ਅਪਲਾਈ ਕਰਕੇ ਆਉਂਦੇ ਹੋ, ਤਾਂ ਕੀ ਹੁੰਦਾ, ਤੁਹਾਨੂੰ ਇੱਕ ਮੈਸੇਜ ਵੀ ਆਉਂਦਾ ਪਹਿਲਾਂ, ਠੀਕ ਹੈ, ਮੋਬਾਈਲ ਤੇ, ਕਿ ਹਾਂਜੀ ਤੁਹਾਡੀ ਕਨਵੋਕੇਸ਼ਨ। ਮੈਸੇਜ ਵੀ ਆਉਂਦਾ ਐਂਡ ਤੁਹਾਨੂੰ ਕਾਲ ਵੀ ਆਉਂਦੀ ਹੈ ਲਾਅ ਭਵਨ ਤੋਂ, ਕਿ ਕੱਲ ਤੁਹਾਡੀ ਇੱਕ ਦਿਨ ਪਹਿਲਾਂ ਵੀ, ਕਿਸੇ ਨੂੰ ਇੱਕ ਦਿਨ ਪਹਿਲਾਂ ਆ ਜਾਂਦਾ, ਕਿਸੇ ਨੂੰ ਇੱਕ ਦਿਨ ਪਹਿਲਾਂ ਤੋਂ ਠੀਕ ਰਾਤ ਨੂੰ ਇੱਕ ਦਿਨ ਪਹਿਲਾਂ ਆਉਂਦਾ, ਠੀਕ ਹੈ, ਕਿਸੇ ਨੂੰ 2 ਦਿਨ ਪਹਿਲਾਂ ਆਉਂਦਾ। ਮੈਨੂੰ ਤਾਂ ਜਿਵੇਂ ਰਾਤ ਨੂੰ ਆਇਆ ਸੀ, ਨੈਕਸਟ ਡੇ ਜਾਣਾ ਸੀਗਾ, ਤੋਂ ਤੁਹਾਨੂੰ ਬੁਲਾਉਂਦੇ ਆ ਕਿ ਹਾਂਜੀ ਤੁਹਾਡੀ ਕਨਵੋਕੇਸ਼ਨ ਹੈ, ਤੁਸੀਂ ਆਪਣਾ ਟੈਂਪਰੇਰੀ ਲਾਇਸੈਂਸ ਰਿਸੀਵ ਕਰ ਲਓ। ਤੁਹਾਨੂੰ ਮੈਂ ਲਾਅ ਦੀ ਡਿਗਰੀ ਵੀ ਦਵਾਤੀ, ਕਨਵੋਕੇਸ਼ਨ ਵੀ ਦਿਲਾਤੀ। ਉਹ ਪੁਆਇੰਟ ਹੈ ਆਲ ਇੰਡੀਆ ਬਾਰ ਕੌਂਸਲ। ਬੇਰਕ ਚ ਮਿਲਿਆ ਨਹੀਂ ਤਾਂ ਹੋ ਨਹੀਂ ਸਕਦਾ। ਸੈਕਸ਼ਨ 24 ਗਿਆ ਮੈਂ 24 ਸਾਰਾ ਲਿਆਉਣਾ। ਬੁੱਕ ਚਾਕਰੇ ਦਾ ਮਤਲਬ ਬੇਰਕ ਹੈ। ਬੁੱਕ ਤਾਂ ਮੈਂ ਹੱਥ ਨਾਲ ਹੀ ਬੁੱਕ ਨੂੰ ਪੜ੍ਹੀਆਂ। ਤੁਹਾਡਾ ਜਿਹੜਾ ਸਰਟੀਫਿਕੇਟ ਆਫ ਪ੍ਰੈਕਟਿਸ ਹੁੰਦਾ, ਇਹ ਕਿਹੜਾ ਹੁੰਦਾ ਹੈ? ਉਹੀ ਹੁੰਦਾ ਜੀ ਜਿਹੜਾ ਲਾਇਸੈਂਸ ਹੁੰਦਾ। ਤੁਹਾਨੂੰ ਆਫਟਰ ਪਾਸਿੰਗ ਐਗਜ਼ਾਮ ਮਿਲਦਾ ਜੋ? ਨਹੀਂ ਟੈਂਪਰੇਰੀ ਵੀ ਹੁੰਦਾ ਜੀ ਉਹ ਪੇਪਰ ਤੋਂ, ਜਿਹੜਾ ਲਾਇਸੈਂਸ ਹੁੰਦਾ ਜੀ ਤੁਹਾਡਾ ਲਾਇਸੈਂਸ ਹੀ ਹੋ ਗਿਆ। ਹਾਂ। ਤੁਹਾਡਾ ਜਦੋਂ ਬਾਰ ਕੌਂਸਲ ਐਗਜ਼ਾਮ ਕਲੀਅਰ ਹੋ ਜਾਂਦਾ, ਤੁਹਾਨੂੰ ਸਰਟੀਫਿਕੇਟ ਆਫ ਪ੍ਰੈਕਟਿਸ ਮਿਲਦਾ, ਠੀਕ ਹੈ, ਸਰਟੀਫਿਕੇਟ ਦਿੱਤਾ ਜਾਂਦਾ। ਹਾਂਜੀ ਮੈਮ ਆਉਂਦਾ ਸਰਟੀਫਿਕੇਟ, ਠੀਕ ਹੈ, ਪਰਮਾਨੈਂਟ ਲਾਇਸੈਂਸ ਹੈ। ਤੇ ਐਂਡ ਇੱਕ ਚੀਜ਼ ਹੋਰ ਹੈ, ਜਦੋਂ ਵੀ ਹੁਣ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਪਹਿਲਾਂ ਹੀ, ਤੁਹਾਡਾ ਜਦੋਂ ਰਿਜ਼ਲਟ ਆਊਗਾ ਨਾ, ਜੋ ਤੁਸੀਂ ਬਾਰ ਕੌਂਸਲ ਐਗਜ਼ਾਮ ਦੋਗੇ, ਤੁਹਾਡਾ ਆਨਲਾਈਨ ਰਿਜ਼ਲਟ ਆਏਗਾ। ਤੁਹਾਡੇ ਰਿਜ਼ਲਟ ਤੇ ਸਿਰਫ ਇਹ ਲਿਖਿਆ ਹੋਊਗਾ ਤੁਸੀਂ ਪਾਸ ਹੋ ਜਾਂ ਤੁਸੀਂ ਫੇਲ ਹੋ, ਤੁਹਾਡੇ ਨੰਬਰ ਨਹੀਂ ਮੈਂਸ਼ਨ ਹੁੰਦੇ, ਠੀਕ ਹੈ। ਐਂਡ ਉਸ ਰਿਜ਼ਲਟ ਦਾ ਸਕਰੀਨਸ਼ਾਟ ਜ਼ਰੂਰ ਲੈ ਕੇ ਰੱਖਣਾ, ਕਿਉਂਕਿ ਮੈਨੂੰ ਪਤਾ, ਮੈਨੂੰ ਬਹੁਤ ਪ੍ਰੋਬਲਮ ਹੋਈ ਸੀ, ਮੈਂ ਸਕਰੀਨਸ਼ਾਟ ਨਹੀਂ ਲਿਆ, ਠੀਕ ਹੈ। ਉਹਨੂੰ ਤੁਸੀਂ ਲੈ ਕੇ ਉੱਥੇ ਲਾਅ ਭਵਨ ਦੇ ਵਿੱਚ ਐਂਡ ਮੇਬੀ 1-2 ਕੁਝ ਡਾਕੂਮੈਂਟਸ ਕਰਵਾਉਂਦੇ ਹੁੰਦੇ ਆ, ਟੈਂਪਰੇਰੀ ਲਾਇਸੈਂਸ ਨੂੰ ਕਰਵਾਉਂਦੇ ਆ, ਤਾਂ ਉਹਦੇ ਲਈ ਤੁਸੀਂ ਜਦੋਂ ਤੁਸੀਂ ਪਰਮਾਨੈਂਟ ਲਾਇਸੈਂਸ ਅਪਲਾਈ ਕਰੋਗੇ ਨਾ, ਕਿ ਹਾਂਜੀ ਤੁਹਾਡਾ ਬਾਰ ਦਾ ਐਗਜ਼ਾਮ ਕਲੀਅਰ ਹੋ ਗਿਆ, ਦੈਨ ਉਸ ਐਗਜ਼ਾਮ ਦਾ ਸਕਰੀਨਸ਼ਾਟ, ਠੀਕ ਹੈ, ਐਂਡ ਤੁਹਾਡਾ ਜੋ ਟੈਂਪਰੇਰੀ ਲਾਇਸੈਂਸ ਹੈ, ਉਹ ਦੋਨੋਂ ਉੱਥੇ ਮੰਗਦੇ ਹੁੰਦੇ ਆ ਲਾਅ ਭਵਨ ਦੇ ਵਿੱਚ, ਜਦੋਂ ਤੁਸੀਂ ਪਰਮਾਨੈਂਟ ਲਾਇਸੈਂਸ ਅਪਲਾਈ ਕਰਦੇ ਹੋ। ਰਿਸੈਪਸ਼ਨ ਤੇ ਤੁਸੀਂ ਹਾਂਜੀ, ਸੋ ਆਪਣਾ ਰਿਜ਼ਲਟ ਦੀ ਕਾਪੀ ਆਪਣੇ ਕੋਲ ਰੱਖਿਓ, ਬਿਕੋਜ਼ ਉੱਥੇ ਉਹਨਾਂ ਨੂੰ ਉੱਥੇ ਤਾਂ ਬਹੁਤ ਉਹ ਪ੍ਰੋਬਲਮ ਹੁੰਦੀ ਹੈ, ਜਲਦੀ ਕੋਈ ਦਿੰਦਾ ਨਹੀਂ ਰਿਜ਼ਲਟ ਕੱਢ ਕੇ, ਠੀਕ ਹੈ। ਸੋ ਅਗਰ ਤੁਹਾਡੇ ਕੋਲ ਹੋਏਗਾ ਤਾਂ then ਤੁਸੀਂ ਈਜ਼ੀਲੀ ਆਪਣਾ ਅਪਲਾਈ ਕਰ ਸਕਦੇ ਹੋ। ਮੈਨੂੰ ਮਿਲਿਆ ਨਹੀਂ, ਮੈਂ ਤਾਂ ਸ਼ਾਂਤ। ਕੋਈ ਨਾ, ਮੈਂ ਭੇਜ ਦੂੰਗੀ। ਨੈਟ ਤੇ ਕਿੱਧਰੋਂ ਕੱਢੇ? ਕੁਐਸਚਨ ਨਹੀਂ ਹੈ,
ਇਹ ਕੁਐਸਚਨ ਮੈਂ ਕੱਢਿਆ ਨਹੀਂ ਆ। ਆਲ ਇੰਡੀਆ ਬਾਰ ਕੌਂਸਲ ਬਾਰ ਐਗਜ਼ਾਮੀਨੇਸ਼ਨ ਟੁਡੇ ਐਡਮਿਸ਼ਨ ਇਨਰੋਲਮੈਂਟ ਦੇ ਵਿੱਚੋਂ ਪੁਆਇੰਟ ਹੈ 2A ਸੈਕਸ਼ਨ ਹੈ। ਸੈਕਸ਼ਨ ਵੀ ਨਹੀਂ, ਰੂਲ ਹੀ ਕਰ ਸਕਦੇ ਹੋ, ਰੂਲ 10। ऐसी चीजें भेज ਠੀਕ ਹੈ ਜੀ, ਭੇਜ ਦਾਂਗੇ। ਤੁਹਾਨੂੰ ਪਤਾ ਜਿਹੜਾ ਤੁਹਾਨੂੰ ਲਾਇਸੈਂਸ ਲਾਇਸੈਂਸ ਤੁਹਾਨੂੰ ਮਿਲਦਾ ਉਹਦੇ ਤੇ ਕਿਹਦੇ ਸਿਗਨੇਚਰ ਹੁੰਦੇ ਆ? ਸੈਕਟਰੀ ਬਾਰ ਕਾਉਂਸਲ ਪੱਕਾ ਸੈਕਟਰੀ ਦੇ ਹੁੰਦੇ ਆ? ਜੀ। ਚੇਅਰਮੈਨ ਨਹੀਂ ਹੁੰਦਾ? ਮਤਲਬ ਸੈਕਟਰੀ ਵੱਡਾ ਹੋ ਗਿਆ ਚੇਅਰਮੈਨ ਹੁੰਦਾ ਚੇਅਰਮੈਨ ਤੋਂ? ਸ਼ਾਇਦ ਮੈਮ, ਚੇਅਰਮੈਨ। ਮੈਡਮ ਸੈਕਟਰੀ ਲਿਖਿਆ ਹੁੰਦਾ ਉੱਤੇ। ਸੈਕਟਰੀ ਵੱਡਾ ਹੋ ਗਿਆ ਚੇਅਰਮੈਨ ਤੋਂ? ਨਹੀਂ, ਵੱਡਾ ਤਾਂ ਚੇਅਰਮੈਨ ਹੁੰਦਾ ਜੀ। ਤੇ ਜੋ ਡੈਲੀਗੇਟਸ ਪਾਵਰ ਸੈਕਟਰੀ ਨੂੰ ਕੀਤੇ ਹੁੰਦੇ ਸਾਈਨ ਕਰਨ ਦੀਆਂ। ਨੋ, ਇਸ਼ੂ ਚੇਅਰਮੈਨ ਜਿਹੜਾ ਇਸ਼ੂ ਬਾਰ ਕੌਂਸਲ ਦੇ ਦੁਆਰਾ ਕੀਤਾ ਜਾਊਗਾ ਅੰਡਰ ਦਾ ਸਿਗਨੇਚਰ ਆਫ ਦਾ ਚੇਅਰਮੈਨ। ਠੀਕ ਹੈ। ਠੀਕ ਹੈ, ਜੋ ਤੁਹਾਨੂੰ ਠੀਕ। ਸਰਟੀਫਿਕੇਟ ਆਫ ਪ੍ਰੈਕਟਿਸ ਤੁਹਾਨੂੰ ਇਸ਼ੂ ਹੋਣਾ ਹੈ ਉਹ ਠੀਕ ਹੈ ਜੀ। ਚੇਅਰਮੈਨ ਦੇ ਸਿਗਨੇਚਰ ਦੇ ਥਰੂ ਹੋਣਾ ਹੈ। ਠੀਕ ਹੈ, ਥੈਂਕ ਯੂ। ਲੱਭ ਗਏ ਕਿੰਨੇ ਵੀ ਵਾਰ ਅਪਲਾਈ ਕਰ ਸਕਦੇ। ਇਹਦੇ ਚ ਤੁਹਾਨੂੰ ਐਮਸੀਕਿਊਜ਼ ਵੈਸੇ ਬਹੁਤ ਬਣ ਸਕਦੇ ਆ। ਜੇ ਤੁਹਾਡੇ ਐਮਸੀਕਿਊਜ਼ ਫਾਰਮ ਜਾਂਦੇ ਆ ਤੁਹਾਨੂੰ ਪੇਪਰ? ਹਾਂਜੀ ਹਾਂਜੀ। ਐਮਸੀਕਿਊ ਆਉਂਦੇ ਹੁੰਦੇ ਨੇ। ਹਾਂਜੀ ਆਂਦੇ ਮੈਮ। ਤੁਹਾਨੂੰ ਬਹੁਤ ਬਣ ਸਕਦੇ ਆ। ਕਿਹਦੇ ਸਿਗਨੇਚਰ ਹੁੰਦੇ ਆ, ਕਿੰਨੇ ਮਿਨੀਮਮ ਅਟੈਂਪਟ ਕਿੰਨੀਆਂ ਹੁੰਦੀਆਂ ਨੇ, ਇਹ ਉਹ ਤੁਹਾਡਾ ਸਿਲੇਬਸ ਕੌਣ ਕਰਦਾ, ਸਿਲੇਬਸ ਤੁਹਾਡਾ ਇਵੈਲੂਏਟਰਸ ਕੌਣ ਹੁੰਦਾ ਹੈ, ਮੋਡਰੇਟਰਸ ਕੌਣ ਹੁੰਦਾ ਹੈ, ਪੇਪਰ ਸੈਟਰ ਕੌਣ ਹੁੰਦਾ ਹੈ, ਇਹ ਸਾਰਾ ਬਾਰ ਕੌਂਸਲ ਇੱਕ ਥਰੂ ਕਮੇਟੀ ਜਿਹੜੇ ਐਕਸਪਰਟ ਨੇ ਕਮੇਟੀ ਦੇ ਉਹਦੇ ਥਰੂ ਕਰਵਾਇਆ ਜਾਂਦਾ ਹੈ। ਜਿਹੜੀ ਡਾਕਟਰ ਕੈਲਾਸ਼ ਰਾਏ ਦੀ ਬੁੱਕ ਆ ਨਾ, ਅਗਰ ਮੰਨ ਲਓ ਕਿਸੇ ਨੇ ਪ੍ਰੈਕਟਿਸ ਕਰਨੀ ਆ ਨਾ ਤਾਂ ਉਸ ਬੁੱਕ ਦੇ ਵਿੱਚ ਤੁਹਾਡੇ ਸਿਲੇਬਸ ਤੋਂ ਬਿਨਾਂ ਬਹੁਤ ਕੁਝ ਦਿੱਤਾ ਹੋਇਆ ਹੈ। ਸਿਲੇਬਸ ਤਾਂ ਤੁਹਾਡਾ ਦਿੱਤਾ ਹੀ ਹੋਇਆ ਹੈ ਸਾਰਾ। ਠੀਕ ਹੈ, ਇੱਕ ਦਿੱਤਾ ਹੋਇਆ ਹੈ ਹਾਊ ਟੂ ਬਿਕਮ ਅ ਸਕਸੈਸਫੁਲ ਐਡਵੋਕੇਟ, ਜਿਹਦੇ ਵਿੱਚ ਬਹੁਤ ਸਾਰੇ ਜਸਟਿਸ ਨੇ ਆਪਣੇ ਆਪਣੇ ਵਿਊਜ਼ ਦਿੱਤੇ ਹੋਏ ਨੇ। ਠੀਕ ਹੈ, ਇਹ ਬੁੱਕ ਜਿਹੜਾ ਦੇਖਿਆ ਜਾਵੇ ਤਾਂ ਬੁੱਕ ਸੋਚ ਕੇ ਲੱਗਦਾ ਕਿ ਇੰਨਾ ਤਾਂ ਸਿਲੇਬਸ ਹੈ ਹੀ ਨਹੀਂ ਜਿੰਨੀ ਮੋਟੀ ਇਹਨਾਂ ਨੇ ਬੁੱਕ ਬਣਾਈ ਹੈ। ਉਹਦੇ ਵਿੱਚ ਤੁਹਾਡਾ ਪਾਰਟ 3 ਜਿਹੜਾ ਐਡਵੋਕੇਸੀ ਨਾਲ ਡੀਲ ਕਰਦਾ ਹੈ, ਉਹ 'ਚ ਤੁਸੀਂ ਸਾਰਾ ਤੁਹਾਡੇ ਐਡਵੋਕੇਟਸ ਜੋ ਸਕਸੈਸਫੁਲ ਐਡਵੋਕੇਟ ਕਿਵੇਂ ਬਣ ਸਕਦੇ ਹੋ ਸਭ ਕੁਝ ਮੈਂਸ਼ਨ ਕੀਤਾ ਹੋਇਆ ਹੈ। ਸਾਰੇ ਉਹ ਜੱਜਸ ਦੇ ਓਪੀਨੀਅਨ ਲਿਖੇ ਹੋਏ ਨੇ ਉਹਦੇ ਵਿੱਚ। ਫਿਰ ਤੁਹਾਡਾ ਰਿਟਸ ਦੇ ਬਾਰੇ ਦੱਸਿਆ ਹੋਇਆ ਹੈ। ਉਹ ਤਾਂ ਵਿਹਲੇ ਟਾਈਮ ਬੈਠ ਕੇ ਪੜ੍ਹਨਾ ਨਹੀਂ ਚਾਹੀਦਾ। ਨਹੀਂ, ਮੈਂ ਦੱਸ ਰਹੀ ਸੀ, ਉਹ ਤਾਂ ਪਤਾ ਵਿਹਲੇ ਟਾਈਮ ਪੜ੍ਹ ਸਕਦੇ ਹੋ। ਅਸੀਂ ਤਾਂ ਦੂਜੇ ਕੰਮਾਂ ਤੋਂ ਦੇ ਉਹ ਤਾਂ ਇਹ ਹੈ ਕਿ ਚਲੋ ਵਿਹਲਾ ਬੈਠਾ ਬੰਦਾ ਚਲੋ ਪੜ੍ਹ ਲੈਂਦਾ ਹੀ ਮਾੜਾ ਮੋਟਾ, ਐਡਵੋਕੇਟਸ ਦੇ ਵਿਊ ਲੈ ਲੈਣੇ, ਜੱਜ ਦੇ ਵਿਊ ਉਹ ਬਥੇਰੇ ਮਿਲ ਜਾਂਦੇ, ਕਚਹਿਰੀਆਂ 'ਚ ਵੈਸੇ ਹੀ ਮਿਲ ਜਾਂਦੇ ਨੇ। ਨਹੀਂ, ਜੋ ਇਹ ਬੁੱਕ 'ਚ ਮੈਂ ਦੇਖਿਆ ਨਾ ਬਹੁਤ ਕੁਛ ਹੈ ਬੁੱਕ। ਜਿਹਨੇ ਪ੍ਰੈਕਟਿਸ ਕਰਨੀ ਆ ਉਹ ਪੱਕਾ ਪੜ੍ਹੇ ਇਸ ਬੁੱਕ ਨੂੰ। ਫੈਂਟੈਸਟਿਕ ਬੁੱਕ ਹੈ ਜੀ। ਜਸਟਿਸ ਮਿਸਟਰ ਜਸਟਿਸ ਹੈ ਇੱਕ RC ਲੋਹਾਤੀ, ਉਹਨੇ ਦੱਸਿਆ ਕਿ ਐਡਵੋਕੇਟ ਇੱਕ ਵਰਕ ਹਾਰਡ ਹੋਣਾ ਚਾਹੀਦਾ। ਠੀਕ ਹੈ, ਦੂਸਰਾ ਫਿਜ਼ੀਕਲ ਫਿੱਟ ਬੋਲਿਆ ਉਹਨਾਂ ਨੇ। ਹੁਣ ਤਾਂ ਸੋਚੋ ਕਿ ਪ੍ਰੋਫੈਸ਼ਨਲ ਦੇ ਵਿੱਚ ਫਿਜ਼ੀਕਲ ਫਿੱਟਾਂ ਦੀ ਗੱਲ ਕਿੱਥੋਂ ਆਈ। ਫਿਜ਼ੀਕਲੀ ਐਂਡ ਮੈਂਟਲੀ ਫਿਟ। ਫਿਰ ਵੈਲਿਊ ਆਪਣੇ ਟਾਈਮ ਦੀ, ਬਹਿਸ ਕਰੇਗਾ, ਅਦਰਵਾਈਜ਼ ਵੈਸੇ। ਠੀਕ ਹੈ, ਹੈਲਥੀ ਬੋਡੀ ਬੇਅਰ ਕਰੇਗਾ ਤਾਂ ਹੀ ਬਰਡਨ ਜਿਹੜਾ ਹਾਇਰ ਰਿਸਪੌਂਸਿਬਿਲਿਟੀਜ਼ ਨੇ ਬਰਡਨ ਕਰ ਸਕੇਗਾ, ਚੈਲੰਜ ਨੂੰ ਫੇਸ ਕਰ ਸਕੇਗਾ। ਠੀਕ ਹੈ, ਵੈਲਿਊ ਦਾ ਟਾਈਮ, ਨੌਲੇਜ ਆਫ ਇੰਗਲਿਸ਼ ਲੈਂਗੁਏਜ, ਰੀਡ ਲਿਟਰੇਚਰ ਜ਼ਿਆਦਾ ਤੋਂ ਜ਼ਿਆਦਾ ਰੀਡ ਕਰੇ। ਇਹ ਕਿਸੇ ਜਸਟਿਸ ਨੇ ਕਿਹਾ ਸੀ। ਦੂਸਰਾ ਕੰਪਿਊਟਰ ਦੀ ਨੌਲੇਜ। ਠੀਕ ਹੈ, ਸਾਡੇ ਪਾਸ ਦੀ ਗੱਲ ਹੈ। ਆਪਣੀਆਂ ਹੌਬੀਜ਼ ਨੂੰ ਡਿਵੈਲਪ ਕਰੋ। ਤੁਸੀਂ ਇਸ ਪ੍ਰੋਫੈਸ਼ਨ ਨੂੰ ਆਪਣੀ ਹੌਬੀਜ਼ ਮੰਨ ਕੇ ਚੱਲੋ ਕਿ ਇਹ ਮੇਰੀ ਹੌਬੀ ਹੈ ਜੋ ਮੈਂ ਪ੍ਰੋਫੈਸ਼ਨ ਨੂੰ ਚੂਜ਼ ਕੀਤਾ। ਠੀਕ ਹੈ, ਲੁੱਕ ਸਮਾਰਟ, ਅਟਰੈਕਟਿਵ ਮੀਨਸ ਆਲਵੇਜ਼ ਤੁਹਾਡੇ ਫੇਸ ਤੇ ਸਮਾਈਲ ਹੋਣੀ ਚਾਹੀਦੀ ਹੈ। ਇੱਕ ਲੁੱਕ ਅਟਰੈਕਟਿਵ ਲੱਗੇ ਕਿ ਤੁਹਾਨੂੰ ਕਲਾਇੰਟਸ ਦੇਖਣ, ਕਲਾਇੰਟਸ ਆ ਕੇ ਤੁਹਾਨੂੰ ਦੇਖ ਕੇ ਕਲਾਇੰਟਸ ਦਾ ਆਪਣੀਆਂ ਹੀ ਪ੍ਰੋਬਲਮ ਜਿਹੜੀਆਂ ਨੇ ਸ਼ਾਨਤ ਹੋ ਜਾਣ। ਤੁਹਾਡੀ ਮਤਲਬ ਸਮਾਈਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਫੇਸ। ਮਤਲਬ ਕਹਿੰਦਾ ਹੈ ਸਾਡੇ 'ਚ ਕੋਈ ਗੁਣ ਹੈ ਨਹੀਂ, ਮੈਂ ਇਹ ਤਾਂ ਕਿਹਾ ਨਹੀਂ, ਮੈਂ ਦੱਸ ਰਹੀ ਹਾਂ ਇਹ ਤਾਂ ਮੈਂ ਕਿਹਾ ਨਹੀਂ। ਮੈਂ ਪੜ੍ਹ ਰਹੀ ਸੀ, ਮੈਨੂੰ ਬਹੁਤ ਰਾਤ ਉਹ ਲੱਗਿਆ ਕਿ ਹਾਂ ਮੈਨੂੰ। ਫਿਰ ਉਸ ਤੋਂ ਬਾਅਦ ਏਮ ਹਾਈ, ਤੁਹਾਡਾ ਏਮ ਹਾਈ ਹੋਣਾ ਚਾਹੀਦਾ। ਠੀਕ ਹੈ, ਬਸ ਇਹੀ ਗੁਣ।
ਏਮ ਬਹੁਤ ਹਾਈ ਹੈ। ਬਾਕੀ ਤੁਹਾਡੇ ਚ ਆਰਟ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਦਾ ਐਗਜ਼ਾਮੀਨੇਸ਼ਨ ਚੀਫ ਦਾ ਠੀਕ ਹੈ, ਇਹ ਤੁਹਾਡੇ ਚ ਆਰਟ ਹੋਣਾ ਚਾਹੀਦਾ। ਤੁਸੀਂ ਵਿਟਨੈਸ ਨੂੰ ਕਿਵੇਂ ਐਗਜ਼ਾਮਿਨ ਕਰਨਾ ਉਹਨਾਂ ਬਾਰੇ ਸਭ ਲਿਖਿਆ ਹੋਇਆ ਹੈ। ਜਦੋਂ ਤੁਸੀਂ ਪੜ੍ਹੋਗੇ ਨਾ ਤਾਂ ਫ੍ਰੀ ਟਾਈਮ ਕਦੇ ਆਫਟਰ ਜਦੋਂ ਤੁਹਾਡੇ ਐਗਜ਼ਾਮ ਹੋ ਗਏ ਉਸ ਤੋਂ ਬਾਅਦ ਇਹ ਬੁੱਕ ਪੜ੍ਹਿਓ ਸਾਰੀ। ਕੀ ਫਾਇਦਾ ਜੀ ਜੋ ਤੁਸੀਂ ਪੜ੍ਹਦੇ ਆ ਉਹ ਤਾਂ ਸਾਡੀ ਨਹੀਂ ਹੈ। ਸਾਡੇ ਬਸ ਪ੍ਰੈਕਟਿਸ ਦਾ ਮੈਨੂੰ ਪਤਾ ਜਾਣ ਵਾਲੇ ਬਥੇਰੇ ਆ ਇੱਥੇ ਬੈਠੇ ਲੜਕੇ ਤਾਂ ਖਾਸ ਕਰਕੇ ਪ੍ਰੈਕਟਿਸ ਜਾਂਦੇ ਹੀ ਜਾਂਦੇ ਆ। ਪਾਲਤੀ ਹੈ ਤੁਸੀਂ ਕੁਆਲਿਟੀਆਂ ਜੀ ਸੁਣਾਤੀ ਜਿਹੜੀ ਹੈ ਇਹ ਨਹੀਂ ਇੱਕ ਜਸਟਿਸ ਨੇ ਦੱਸੀਆਂ ਕੁਆਲਿਟੀਆਂ। ਹੁਣ ਤੁਸੀਂ ਉਹ ਜੱਜਿਸ ਨਾਲ ਗੱਲ ਕਰੋ ਆਸਿਲ ਲਾਹੌਤੀ ਨਾਲ। ਮੇਰਾ ਕਿਹੜਾ ਰਿਸ਼ਤੇਦਾਰ ਲਾ ਦੇ ਉਹ ਮਰ ਗਿਆ ਜੀ ਮੈਡਮ। ਉਹ ਹਾਂ ਚਲੋ ਕਿਤੇ ਤਾਂ ਗੱਲ ਕਰੂਗਾ ਹੀ। ਕਰੂਗਾ ਜੀ ਫਿਰ ਹੁਣ ਤਾਂ ਬੁੱਕ ਹੀ ਪੜ ਸਕਦੇ ਹੋ। ਲਿਖ ਗਿਆ ਬਸ ਤੁਹਾਨੂੰ ਜਾਂਦਾ ਤਾਂ ਦੱਸ ਗਿਆ। ਅੱਛੀਆਂ ਗੱਲਾਂ ਦੱਸ ਗਿਆ ਜੀ, ਉਹਨੂੰ ਪੜ ਸਕਦੇ ਹੋ ਬਸ। ਆਪਣੇ ਫੇਸ ਤੇ ਸਮਾਈਲ ਰੱਖੀ ਹੋਣੀ ਹੈ ਨਾ ਕਿ ਕਲਾਇੰਟ ਸਭ ਕੁਝ ਭੁੱਲ ਜਾਣਾ। ਫਸਟ ਮੀਟਿੰਗ ਤੇ ਤੁਹਾਡੇ ਤੇ ਅਟਰੈਕਟ ਹੋ ਜੇ ਕਲਾਇੰਟ। ਬਿਲਕੁਲ ਸਾਡੇ ਤੋਂ ਜਾਣਦੇ ਨਹੀਂ ਲੋਕੀ। ਮੈਂ ਤਾਂ ਇੱਕੋ ਚੀਜ਼ ਸੁਣੀ ਹੈ ਕਚਹਿਰੀਆਂ ਦੇ ਵਿੱਚ ਕਹਿੰਦੇ ਵਕੀਲ ਘਰ ਚਲਾਉਂਦੇ ਹੁੰਦੇ, ਵਕੀਲਾਂ ਕੋਲ ਨਹੀਂ ਜਾਣਾ, ਆਪਸ ਹੀ ਸੁਲਝਾ ਲਓ ਜ਼ਿਆਦਾ ਠੀਕ ਹੈ। ਵਕੀਲਾਂ ਕੋਲ ਚਲੇਗੀ ਖਤਮ ਕਹਾਣੀ। ਪਰ ਵਕੀਲਾਂ ਬਿਨਾਂ ਤਾਂ ਕੁਝ ਵੀ ਨਹੀਂ ਹੈਗਾ। ਆਪਾਂ ਰੋਟੀ ਕਿੱਥੋਂ ਖਾਣੀ ਹੈ ਕਰਕੇ? ਜੱਜਸ ਕੁਝ ਵੀ ਨਹੀਂ ਵਕੀਲ ਬਿਨਾਂ। ਨਾਲੇ ਆਪਾਂ ਰੋਟੀ ਕਿੱਥੋਂ ਖਾਣੀ ਹੈ? ਲੁੱਟਾਂਗੇ ਤਾਂ ਹੀ ਖਾਵਾਂਗੇ। ਮੁਰਗਾ ਆਊਗਾ ਤਾਂ ਵੱਢਾਂਗੇ। ਦਿੱਕਤ ਮੁਰਗੇ ਨਹੀਂ ਆਉਂਦੇ। ਫਾਰਵਰਡ ਕਰਕੇ ਬੰਦਾ ਮੁਰਗੇ ਹੁਣ। ਅਸੀਂ ਤਾਂ ਇੱਕ ਖੱਪ ਪਾਵਾਂਗੇ ਜਿਵੇਂ ਅਸੀਂ ਕਾਲਜ ਪਾਉਂਦੇ ਉੱਥੇ ਹੀ ਖੱਪ ਅਸੀਂ ਉੱਥੇ ਪਾਵਾਂਗੇ। ਤਿੰਨ ਸ਼ੈਤਾਨ ਇਕੱਠੇ ਹੋ ਗਏ ਬਸ ਖਤਮ ਕਹਾਣੀ। ਜੱਜ ਜੁੱਜ ਵੀ ਖੁਸ਼ ਹੋ ਜਾਂਦੇ ਨੇ। ਅੱਜ ਮੈਨੂੰ ਟੈਸਟ ਨਹੀਂ ਦਿੱਤਾ ਟਾਈਮ ਹੈਗਾ ਚਲੋ ਹੋ ਜਾ ਸ਼ੁਰੂ। ਵਰਿੰਦਰ ਸਟਾਰਟਿੰਗ ਤੁਹਾਡੀ। ਹਾਂਜੀ ਜੋ ਆਪਾਂ ਕੱਲ ਡਿਸਕਸ ਕੀਤਾ ਸੀ ਨਾ। ਮੈਡਮ ਮੈਂ ਕੱਲ ਵੈਸੇ ਕਲਾਸ ਲਾਈ ਨਹੀਂ ਪਰ ਪੁੱਛ ਲਓ ਮੈਡਮ, ਮੈਂ ਦੱਸ ਸਕਦਾ ਕੁਛ ਨਾ ਕੁਛ ਜਿੰਨਾ ਮੈਨੂੰ ਨੌਲੇਜ ਹੋਵੇ। ਕਿਉਂ ਨਹੀਂ ਲਾਈ ਕਲਾਸ? ਤੁਸੀਂ ਕੱਲ ਕਲਾਸ ਮੈਡਮ ਮੈਂ ਐਕਚੁਅਲੀ ਜੌਬ ਕਰਦਾ ਮੈਡਮ। ਮੇਰਾ ਉਸ ਟਾਈਮ ਕੋਈ ਮੀਟਿੰਗ ਸੀ ਥੋੜਾ। ਹੁਣੇ ਪ੍ਰੈਕਟਿਸ ਸ਼ੁਰੂ ਕਰਤੀ ਲੋ ਚ? ਹਾਂਜੀ ਸੱਚ में ਲੋ ਚ ਪ੍ਰੈਕਟਿਸ ਕਰ ਰਹੇ ਹੋ? ਸੱਚੀ ਕਰ ਰਿਹਾ ਜੀ। ਮੈਂ ਹਾਈ ਕੋਰਟ 'ਚ ਬੈਠਦਾ। ਕੀ ਗੱਲ ਰਾਈਟ ਟੂ ਪ੍ਰੈਕਟਿਸ ਨਹੀਂ ਪੜਿਆ? ਰਾਈਟ ਪ੍ਰੈਕਟਿਸ ਪੜਿਆ ਜੀ ਬਟ ਉਹ ਕਿਸੇ ਨਾਲ ਬੈਠ ਜਾਈਦਾ ਹਲੇ ਜਾਏ ਘੁੰਮਣ ਥੋੜਾ ਪਤਾ ਲੱਗ ਜਾਂਦਾ ਜੀ। ਠੀਕ ਹੈ ਜੀ। ਇਸ ਕਰਕੇ ਤੁਸੀਂ ਪੁੱਛੋ ਪਲੀਜ਼, ਮੈਂ ਦੱਸ ਸਕਦਾ ਕੁਛ ਨਾ ਕੁਛ ਜੇ ਮੈਨੂੰ ਪਤਾ ਹੋਏ। ਚਲੋ ਇਹ ਦੱਸੋ ਐਡਵੋਕੇਟਸ ਨੂੰ ਕਿਹੜੇ ਕਿਹੜੇ ਪ੍ਰਿਵਿਲੇजेस ਕਿਹੜੇ ਕਿਹੜੇ ਰਾਈਟਸ ਨੇ? ਰਾਈਟਸ ਕਿਹੜੇ ਮਿਲੇ ਆ ਜੀ? ਜੀ ਰਾਈਟਸ ਦੱਸੋ। ਪਹਿਲਾ ਰਾਈਟਸ ਦਾ ਇਹ ਵੀ ਉਹ ਪ੍ਰੈਕਟਿਸ ਕਰ ਸਕਦਾ ਜੀ। ਸੈਕੰਡ ਦਾ ਰਾਈਟ ਟੂ ਸਪੀਚ ਹੈ ਜੀ ਉਹਨੂੰ। ਅੱਛਾ ਇਹ ਦੱਸੋ ਪ੍ਰੈਕਟਿਸ ਉਹਦਾ ਫੰਡਾਮੈਂਟਲ ਰਾਈਟ ਹੈ? ਫੰਡਾਮੈਂਟਲ ਰਾਈਟ ਨਹੀਂ, ਫਿਜ਼ੀਕਲ ਰਾਈਟ ਹੈ ਜੀ। ਇਟਸ ਨਾਟ ਅ ਫੰਡਾਮੈਂਟਲ ਰਾਈਟ 'ਚ ਆਉਂਦਾ ਜੀ ਇਹ। ਫੰਡਾਮੈਂਟਲ ਰਾਈਟਸ ਤਾਂ ਨਹੀਂ ਬਣਦਾ ਵੈਸੇ। ਫੰਡਾਮੈਂਟਲ ਰਾਈਟਸ ਤਾਂ ਹੋਰ ਹੁੰਦੇ ਆ। ਕਿਹੜਾ ਰਾਈਟ ਹੈ? ਪ੍ਰੋਫੈਸ਼ਨਲ ਰਾਈਟ ਮੈਂ ਤਾਂ ਮੰਨਦਾ ਹਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜੀ ਪੜ੍ਹਾਈ ਤੋਂ ਬਾਅਦ। ਲੀਗਲ ਰਾਈਟ ਠੀਕ ਹੈ, ਉਹਨੂੰ ਲੀਗਲ ਰਾਈਟ ਬੋਲਦੇ ਆ। ਯੈਸ ਯੈਸ ਹੋਰ ਜੀ ਫ੍ਰੀडम ਟੂ ਸਪੀਚ ਹੈ ਜੀ ਉਹਨੂੰ। ਫੁੱਲ ਫ੍ਰੀडम ਆਫ ਸਪੀਚ ਦੀ। ਸਪੀਚ ਦੀ ਤਾਂ ਫੁੱਲ ਮੀਨਸ ਵੀ ਜੋ ਸਪੀਚ ਦੀ ਸਭ ਨੂੰ ਹੈ ਫ੍ਰੀडम ਹੈ ਜੀ ਇੰਡੀਆ ਦੇ ਵਿੱਚ। ਜਦੋਂ ਆਜ਼ਾਦ ਹੋ ਗਏ ਦੇਸ਼ ਦੇ ਵਿੱਚ ਤਾਂ ਫ੍ਰੀडम ਟੂ ਸਪੀਚ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਹੈ। ਅਸੀਂ ਕੁਝ ਵੀ ਬੋਲ ਸਕਦੇ ਹਾਂ? ਬਿਲਕੁਲ ਬੋਲ ਸਕਦੇ ਹਾਂ ਜੀ। ਕੁਝ ਵੀ ਇਹ ਥੋੜੀ ਜਿਹੀ ਗਲਤ ਬੋਲਣਾ ਹੈ ਬਟ ਅਸੀਂ ਕੋਈ ਕਿਸੇ ਆਵਾਜ਼ ਕੁਝ ਵੀ ਕਰ ਸਕਦੇ ਹਾਂ ਅਸੀਂ। ਜੇ ਸਾਨੂੰ ਕੋਈ ਗਲਤ ਗੱਲ ਲੱਗਦੀ ਹੈ ਉਹਦੇ ਅਗੇਂਸਟ ਤਾਂ ਅਸੀਂ ਬੋਲ ਹੀ ਸਕਦੇ ਹਾਂ। ਸਾਡੇ ਹਰ ਇੱਕ ਫੰਡਾਮੈਂਟਲ ਰਾਈਟਸ ਦੇ ਨਾਲ ਰਿਸਟ੍ਰਿਕਸ਼ਨਸ ਦਿੱਤੀਆਂ ਹੋਈਆਂ ਨੇ ਜੀ ਠੀਕ ਹੈ। ਐਕਸੈਪਸ਼ਨਸ ਆਰ ਆਲਵੇਜ਼ देयर ਹੈਗੀਆਂ ਨੇ ਸਭ ਦੇ ਨਾਲ ਵੀ। ਠੀਕ ਹੈ ਫ੍ਰੀडम ਦੇ ਵਿੱਚ ਵੀ ਹੋਏਗੀ ਇੱਕ ਐਡਵੋਕੇਟ ਨੂੰ ਸੀਪੀਐਸ ਸਪੀਚ ਦੇ ਵਿੱਚ। ਹਾਂਜੀ ਹਾਂਜੀ ਬਿਲਕੁਲ ਲਿਮਿਟੇਸ਼ਨ ਤਾਂ ਹਰ ਦੇ ਵਿੱਚ ਹੀ ਹੈ ਜੀ। ਇੰਨੇ ਕੁ ਪਤਾ ਮੈਡਮ ਮੈਨੂੰ, ਬਾਕੀ ਹੋਰ ਪੁੱਛ ਲਓ ਸਟੂਡੈਂਟਸ ਨੂੰ ਜੀ ਕਿਸੇ ਨੂੰ। ਤੇ ਦੱਸੋ ਪਾਰਲੀਮੈਂਟ ਦੇ ਵਿੱਚ ਕੋਈ ਲਿਮਿਟ ਹੈ ਸਪੀਚ ਦੀ? ਪਾਰਲੀਮੈਂਟ ਤਾਂ ਸਿਰਫ ਪਾਰਲੀਮੈਂਟੀਅਰ ਨੂੰ ਹੈ ਜੀ, ਐਮਪੀ ਨੂੰ ਹੈ, ਮੈਂਬਰ ਪਾਰਲੀਮੈਂਟ ਨੂੰ, ਬਾਕੀਆਂ ਨੂੰ ਤਾਂ ਨਹੀਂ ਹੈ। ਜਿਹੜਾ ਚੁਣ ਕੇ ਜਾਂਦਾ ਜੀ ਉਹੀ ਪਾਰਲੀਮੈਂਟ 'ਚ ਮੈਡਮ ਬੋਲ ਸਕਦਾ ਹੈ।
ਮੈਂ ਤਾਂ ਨਹੀਂ ਜਾ ਕੇ ਬੋਲ ਸਕਦਾ ਜੀ ਇਫ ਆਈ ਐਮ ਨਹੀਂ ਐਮਪੀ ਮੈਨੂੰ ਪਤਾ ਆਪਾਂ ਨਹੀਂ ਜਾ ਸਕਦੇ ਬਟ ਮੈਂ ਉਹ ਪੁੱਛ ਰਹੀ ਹਾਂ ਮੈਂਬਰ ਆਫ ਪਾਰਲੀਮੈਂਟ ਬੋਲ ਸਕਦੇ। ਮੈਂਬਰ ਨੇ ਜਿੰਨੇ ਵੀ ਮੈਂਬਰਸ ਉੱਤੇ ਹਾਂਜੀ ਬੈਠਦੇ ਜਾਂ ਰਾਜ ਸਭਾ ਦਾ ਮੈਂਬਰ ਹੈ ਜੀ ਜਾਂ ਜਿਹੜਾ ਲੋਕ ਸਭਾ ਦਾ ਮੈਂਬਰ ਉਹ ਬੋਲ ਸਕਦਾ। ਹਾਂ ਤੋ ਉਹ ਮੈਂ ਪੁੱਛ ਰਹੀ ਹਾਂ ਉਹਨਾਂ ਦੀ ਬੋਲਣ ਦੇ ਵਿੱਚ ਕੋਈ ਲਿਮਿਟ ਹੈ? ਬਿਲਕੁਲ ਹੈ ਜੀ, ਉਹਨਾਂ ਨੂੰ ਵੀ ਪੱਕਾ? ਸੰਵਿਧਾਨ ਦੇ ਜਿਹੜੀ ਸੰਵਿਧਾਨ ਦੀ ਧਾਰਾ 16 ਜੀ ਉਹਦੇ ਤਹਿਤ ਹੀ ਬੋਲ ਸਕਦਾ ਉਹ। ਕੀ ਆ ਉਹ 16? ਉਹ ਇਹ ਕਹਿੰਦੀ ਹੈ ਜੀ ਵੀ ਤੁਸੀਂ ਜੋ ਆਪਣੀ ਕੰਸਟੀਚੁਐਂਸੀ ਬਾਰੇ ਜਾਂ ਆਪਣੇ ਦੇਸ਼ ਬਾਰੇ ਜੋ ਚੀਜ਼ ਹੈ ਤੁਸੀਂ ਉਹੀ ਉੱਥੇ ਮਸਲਾ ਉਠਾ ਸਕਦੇ ਹੋ ਜਿੱਥੋਂ ਤੁਸੀਂ ਆਏ ਹੋ ਜੀ, ਜਿਹੜੇ ਏਰੀਆ ਨੂੰ ਬਿਲੋਂਗ ਕਰਦੇ ਹੋ, ਜਾਂ ਤੁਸੀਂ ਕੋਈ ਜਿਹੜਾ ਲੋਕਾਂ ਲਈ ਕੋਈ ਮਸਲਾ ਹੈ ਉਹ ਉਠਾ ਸਕਦੇ ਹੋ, ਜਿਹੜਾ ਲੋਕਾਂ ਦੀ ਫਾਇਦੇਮੰਦ ਲਈ ਹੋਵੇ ਜਾਂ ਲੋਕਾਂ ਲਈ ਬੈਟਰਮੈਂਟ ਲਈ ਹੋਵੇ, ਜਾਂ ਲੋਕਾਂ ਨੇ ਤੁਹਾਨੂੰ ਕੋਈ ਲਿਖ ਕੇ ਦਿੱਤਾ ਹੋਵੇ ਵੀ ਤੁਸੀਂ ਇਹ ਮਸਲਾ ਮੇਰਾ ਜਾ ਕੇ ਉਸ ਪਾਰਲੀਮੈਂਟ 'ਚ ਉਠਾਓ ਜੀ, ਉਹ ਤੁਸੀਂ ਉਠਾ ਸਕਦੇ ਹੋ। ਵੈਸੇ ਤੁਸੀਂ ਅਨਨੈਸੈਸਰੀ ਤਾਂ ਉੱਥੇ ਰੌਲਾ ਪੈਂਦਾ ਹੈ ਜਦੋਂ ਅਨਨੈਸੈਸਰੀ ਕੁਐਸਚਨ ਤੁਹਾਨੂੰ ਪਹਿਲਾਂ ਕੁਐਸਚਨ ਦੇਣਾ ਪੈਂਦਾ ਉੱਥੇ ਲਿਖ ਕੇ ਜੀ, ਉਹ ਕੁਐਸਚਨ ਸਪੀਕਰ ਅਲਾਉ ਕਰਦਾ ਹੈ, ਜੇ ਸਪੀਕਰ ਅਲਾਉ ਕਰੇਗਾ ਜੀ ਤਾਂ ਹੀ ਤੁਸੀਂ ਉਸ ਨੂੰ ਬੋਲ ਸਕਦੇ ਹੋ। ਫਿਰ ਉੱਥੇ ਕਹਿੰਦੇ ਅਦਰਵਾਈਜ਼ ਮੈਨੂੰ ਬੋਲਣ ਦਾ ਮੌਕਾ ਦਿਓ, ਉੱਥੇ ਦਿੱਤਾ ਨਹੀਂ ਜਾਂਦਾ, ਤਾਂ ਇਸ ਕਰਕੇ ਉਹਦੀ ਪ੍ਰੋਬਲਮਸ ਆਉਂਦੀਆਂ ਜੀ। ਉਹੀ ਬੰਦੇ ਬੋਲ ਸਕਦੇ ਆ ਜੋ ਤੁਹਾਨੂੰ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਲਿਖਿਆ ਵੀ ਆਹ ਚੀਜ਼ਾਂ ਬਾਰੇ ਤੁਸੀਂ ਪੁੱਛ ਸਕਦੇ ਹੋ। ਉਹ ਮੈਂਬਰ ਆਫ ਪਾਰਲੀਮੈਂਟ ਜਿਹੜਾ ਬਣਦਾ ਉਹ ਸਹੁੰ ਚੱਕਦਾ ਜੀ, ਉਹ ਸਹੁੰ ਦੇ ਵਿੱਚ ਉਹਨੂੰ ਉਹੀ ਚੁਕਾਇਆ ਜਾਂਦਾ ਵੀ ਮੈਂ ਸੰਵਿਧਾਨ ਦੇ ਪ੍ਰਤੀ ਇਹ ਰਹੂੰਗਾ, ਪਾਬੰਦ ਰਹੂੰਗਾ, ਤੇ ਜੋ ਸੰਵਿਧਾਨ ਦੇ ਵਿੱਚ ਗੱਲਾਂ ਮੈਂ ਇਹੀ ਕਰਾਂਗਾ ਜੀ, ਇਹ ਤੋਂ ਇਸ ਨਹੀਂ ਚੱਲਾਂਗਾ। ਮੈਂ ਸੰਵਿਧਾਨ ਬਾਰੇ ਜਾਂ ਇਹ ਮੈਨੂੰ ਪਤਾ ਹੈ ਉਹ ਤਾਂ ਮੈਂ ਪੁੱਛ ਰਹੀ ਸੀ ਕਿ ਜਿਹੜੀ ਉੱਥੇ ਉਹ ਆਰਗੂਮੈਂਟ ਬਹਿਸ ਡਿਬੇਟ ਹੁੰਦੀ ਆ ਇੱਕ ਦੂਸਰੇ ਨੂੰ ਕਰਦੇ ਆ, ਕੁਐਸਚਨਿੰਗ ਕਰਕੇ ਡਿਬੇਟ ਕਰਦੇ ਆ, ਕਿ ਉਹਨਾਂ ਵਿੱਚ ਉਹਨਾਂ ਦੀ ਰਾਈਟ ਟੂ ਸਪੀਚ ਦੇ ਵਿੱਚ ਕੋਈ ਲਿਮਿਟ ਹੁੰਦੀ ਆ ਬੋਲਣ ਦੀ? ਬਿਲਕੁਲ ਹੁੰਦੀ ਹੈ ਜੀ, ਪੱਕਾ? 100% ਹੋ ਸਕਦਾ ਉੱਥੇ ਜੁੱਤੇ ਚੱਲ ਪੈਂਦੇ ਨੇ, ਉੱਥੇ ਤਾਂ ਜੁੱਤੇ ਚੱਲ ਪੈਂਦੇ ਨੇ, ਲਿਮਿਟ ਕਿੱਥੋਂ ਆਈ? ਉਹੀ ਮੈਂ ਕਹਿ ਰਹੀ ਹਾਂ ਕਿੰਨੀਆਂ ਨਿਊਜ਼ਸ ਆਈਆਂ ਨੇ, ਕੋਈ ਮੈਮ ਉਹ ਇਹੋ ਜਿਹੇ ਕਿਸੇ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੇ ਜਿਹਦੇ ਨਾਲ ਦੂਸਰੇ ਨੂੰ ਆਬਜੈਕਸ਼ਨ ਹੋਵੇ ਜਾਂ ਕਿਸੇ ਮਤਲਬ ਇਸ ਤਰ੍ਹਾਂ ਦੇ ਮੁੱਦੇ ਤੇ ਪਰਸਨਲ ਅਟੈਕਿੰਗ ਨਹੀਂ ਕਰ ਸਕਦਾ, ਇਹ ਬਸ ਇਹ ਹੈ ਕਿ ਦੈਟ ਵਿਲ ਬੀ ਦ ਲਿਮਿਟ। ਹਾਂ ਪਰਸਨਲ ਅਟੈਕਿੰਗ ਆਹ ਪਰਸਨਲ ਤਾਂ ਕੋਈ ਨਹੀਂ ਕਰੇਗਾ, ਪਰਸਨਲ ਤਾਂ ਸਿਰਫ ਉਸੇ ਮੈਟਰ ਨੂੰ ਲੈ ਕੇ ਜਿਹਦੇ ਤੇ ਡਿਬੇਟ ਕਰ ਰਹੇ ਆ, ਠੀਕ ਹੈ? ਬਾਕੀ ਇਹ ਹੈ ਵੈਲਫੇਅਰ ਸਟੇਟ ਵਾਸਤੇ ਤਾਂ ਜੋ ਮਰਜ਼ੀ ਹੋ ਸਕਦਾ ਹੈ, ਉਹਦੇ ਲਈ ਤਾਂ ਕੋਈ ਲਿਮਿਟ ਨਹੀਂ। ਹਾਂਜੀ ਹੋਰ ਵਰਿੰਦਰ ਅੱਗੇ ਦੱਸੋ। ਹੋਰ ਰਣਵੀਰ ਲੱਗਦਾ ਕੁਝ ਬੋਲਣਾ ਚਾਹੁੰਦਾ ਹੈ ਨਾ? ਰਵੀਨ ਕੁਝ ਕਹਿਣਾ ਹੈ? ਜੀ ਮੈਮ, ਜਿਹੜੀ ਤੁਸੀਂ ਗੱਲ ਕਰਦੇ ਨੇ ਬੋਲਣ ਦੀ, ਇਹਦੇ ਮਤਲਬ ਟਾਈਮ ਬਾਉਂਡ ਵੀ ਹੁੰਦਾ ਜੀ, ਵੀ ਕੋਈ 15 ਮਿੰਟ ਬੋਲ ਸਕਦਾ, 10 ਮਿੰਟ ਬੋਲ ਸਕਦਾ ਜੀ, ਇੱਦਾਂ ਵੀ ਹੁੰਦਾ ਜੀ, ਉਹ ਤੋਂ ਉੱਪਰ ਨਹੀਂ ਬੋਲ ਸਕਦਾ ਜੀ। ਉਹ ਤਾਂ ਜਿਹੜਾ ਟਾਈਮ ਆ ਤਾਂ ਸਪੀਕਰ ਅਲਾਉ ਕਰਦਾ ਜੀ, ਕਿੰਨਾ ਮਤਲਬ ਯੂਨੀਅਨ ਲੈਜਿਸਲੇਚਰ ਆਪਾਂ ਨੂੰ ਓਪਨ ਕਰਨਾ ਪੈਣਾ ਪਾਰਲੀਮੈਂਟ ਦਾ, ਹੈ ਨਾ? ਹਾਂਜੀ ਹਾਂਜੀ, ਉਹ ਤਾਂ ਮੈਡਮ ਉਹ ਸਪੀਕਰ ਇਹ ਥੋੜਾ ਹੀ ਇੱਕ ਬੰਦਾ ਹੀ ਬੋਲੀ ਜਾਊਗਾ ਜੀ ਉੱਥੇ, ਇੰਨਾ ਚਿਰ ਬੋਲ ਸਕਦਾ। ਇਹ ਥੋੜਾ ਹੀ ਬੰਦਾ ਇੱਕ ਜਣਾ ਹੀ ਬੋਲੀ ਜਾਊਗਾ, ਉਹਨੂੰ ਇੱਕ ਕੁਐਸਚਨ ਦੇ 15 ਮਿੰਟ ਟਾਈਮਿੰਗ ਦਿੱਤੀ ਜਾਂਦੀ ਹੈ, ਪਹਿਲਾਂ ਹੀ ਆ ਜਾਂਦਾ ਜੀ ਸਟੂਡੀਓ ਬਣ ਕੇ। ਉਹੀ ਚੀਜ਼ ਪੁੱਛਣ ਲੱਗੇ ਦੀ ਮੈਡਮ ਵੀ ਕਿੰਨਾ ਟਾਈਮ ਮਿਲਦਾ। ਟਾਈਮ ਜ਼ਰੂਰੀ ਨਹੀਂ ਕਿੰਨਾ, ਸਪੀਕਰ ਦੀ ਪਾਵਰ ਹੈ ਜੀ, ਜਿੰਨਾ ਮਰਜ਼ੀ ਦੇਵੇ, ਕਿਸੇ ਨੂੰ 10 ਮਿੰਟ, ਕਿਸੇ ਨੂੰ 15 ਮਿੰਟ, ਕਿਸੇ ਨੂੰ 3 ਮਿੰਟ। ਉਹ ਪਹਿਲਾਂ ਸਬਜ਼ੀ ਮੰਡੀ ਨਹੀਂ ਬਣਾਉਣੀ, ਇੱਕ ਜਣਾ ਬੋਲੋ। ਮੈਡਮ ਕੁਆਂਟੀਟੀ ਦੇ ਹਿਸਾਬ ਨਾਲ ਨਾ, ਜਿਹਦੇ ਜ਼ਿਆਦਾ ਮਤਲਬ ਕੁਆਂਟੀਟੀ ਦੇ ਬੰਦੇ ਗਏ ਹੁੰਦੇ ਨੇ ਜ਼ਿਆਦਾ ਟਾਈਮ ਦਿੱਤਾ ਜਾਂਦਾ ਬੋਲਣ ਵਾਸਤੇ, ਜਿਹਨਾਂ ਨੇ ਘੱਟ ਹੁੰਦੇ ਨੇ ਉਹਨੂੰ ਘੱਟ ਟਾਈਮ ਦਿੱਤਾ ਜਾਂਦਾ। ਜਿਵੇਂ ਭਗਵੰਤ ਮਾਨ ਨੂੰ 3 ਜਾਂ 4 ਮਿੰਟ ਦਿੱਤੇ ਜਾਂਦੇ ਨੇ ਬੋਲਣ ਵਾਸਤੇ, ਜਿਵੇਂ ਜਾਂ ਬੀਜੇਪੀ ਵਾਲੇ ਨੇ ਉਹਨਾਂ ਨੂੰ ਵੱਧ ਟਾਈਮ ਦਿੱਤੇ ਨੇ, 1.5 ਘੰਟਾ 3 ਘੰਟੇ ਦਿੱਤੇ ਜਾਂਦੇ ਨੇ ਬੋਲਣ ਵਾਸਤੇ। ਮੈਡਮ ਉਹ ਕੁਆਂਟੀਟੀ ਦੇ ਹਿਸਾਬ ਨਾਲ ਆ, ਮੈਜੋਰਿਟੀ ਬੇਸਿਸ ਤੇ ਐਸਾ ਕੁਝ ਯਾਰ। ਜੇ ਹੁਣ ਕਿਸੇ ਕੋਲ ਹੁਣ ਮੇਰੀ ਗੱਲ ਸੁਣ ਮੁੱਦੇ ਜ਼ਿਆਦਾ ਨੇ, ਦੈਟ ਮੀਨਸ ਉਹਨੇ 3 ਮਿੰਟ ਦਾ ਟਾਈਮ ਦੇ, 3 ਮਿੰਟਾਂ ਚ ਸਾਰੇ ਮੁੱਦੇ ਕਵਰ ਅਪ ਹੋ ਜਾਣਗੇ, ਨਹੀਂ ਹੁੰਦੇ ਯਾਰ। ਉਹਦੇ ਵਾਸਤੇ ਉਹ ਸਪੀਕਰ ਨੂੰ ਪਹਿਲਾਂ ਨੋਟਿਸ ਦਿੰਦਾ ਹੈ, ਮੈਂ ਜੇ ਆਹ ਮੁੱਦੇ ਉਠਾਉਣਾ ਚਾਹੁੰਦਾ, ਮੈਨੂੰ ਵੱਧ ਟਾਈਮ ਦਿੱਤਾ ਜਾਵੇ। ਹੁਣ ਮੈਡਮ ਲੈਕਚਰ ਦੇ ਰਹੇ ਨੇ, ਮੈਡਮ ਦਾ ਲੈਕਚਰ ਘੰਟੇ ਦਾ ਹੁੰਦਾ, ਇਹਦਾ ਮਤਲਬ ਇਹ ਥੋੜੀ ਮੈਡਮ ਨੂੰ ਕੀ ਸ਼ੋਰਟੀ ਹੈ ਕਿ 1 ਘੰਟੇ ਦੇ ਵਿੱਚ ਲੈਕਚਰ ਕਵਰ ਅਪ ਹੋ ਜਾਊਗਾ। ਆਪਣੇ ਵਰਗਾ ਜੀ ਕੁਐਸਚਨ ਪੁੱਛ ਕੇ ਰੋਕ ਲਵੇ, ਘੰਟੇ ਚ ਮੈਡਮ ਦਾ ਲੈਕਚਰ ਪੂਰਾ ਹੋ ਜਾਊਗਾ। ਹਾਂ ਫਿਰ ਉਹਦਾ ਸੀਜ਼ਨ ਵੀ ਚੱਲਦਾ ਹੁੰਦਾ ਨਾ, ਮਹੀਨਾ 15 ਦਿਨ 20 ਦਿਨ ਸੀਜ਼ਨ ਵੀ ਤਾਂ ਹੁੰਦਾ, ਤਾਂ ਹੀ ਤਾਂ ਕੁਐਸਚਨ ਹਾਊਸ ਹੁੰਦਾ ਯਾਰ, ਉਹਦੇ ਵਿੱਚ ਸ਼ੁਰੂ ਹੁੰਦਾ ਉਹਦੇ ਵਿੱਚ ਪੁੱਛਿਆ ਜਾਂਦਾ, ਸਰਕਾਰ ਜੋ ਪਾਲਿਸੀਜ਼ ਬਣਾਉਂਦੇ ਨੇ ਉਹਦੇ ਪਰ ਕੁਐਸਚਨ ਕੀਤੇ ਜਾਂਦੇ ਨੇ, ਉੱਥੇ ਸਭ ਨੂੰ ਟਾਈਮ ਦਿੱਤਾ ਜਾਂਦਾ ਹੈ। ਉਹ ਵੀ ਕਹਿੰਦਾ ਮੈਂ ਸੰਤੁਸ਼ਟ ਨਹੀਂ ਹੈਗਾ ਕੁਐਸਚਨ ਤੋਂ, ਫਿਰ ਉਹ ਜੋ ਪ੍ਰਧਾਨ ਮੰਤਰੀ ਹੁੰਦਾ ਉਹ ਖੜਾ ਹੋ ਕੇ ਆਨਸਰ ਦਿੰਦਾ ਹੈ। ਜੇ ਉਹ ਕਹਿੰਦਾ ਮੈਂ ਵੀ ਉਹ ਤੋਂ ਵੀ ਸੰਤੁਸ਼ਟ ਨਹੀਂ ਹੈਗਾ, ਤਾਂ ਪਿੱਛੇ ਇੱਕ IAS ਅਫਸਰ ਬੈਠਾ ਹੁੰਦਾ ਜੋ ਕੌਂਸਲ ਦੇ ਵਿੱਚ ਹੁੰਦਾ ਹੈ, ਮਤਲਬ ਪ੍ਰਧਾਨ ਮੰਤਰੀ ਦੀ ਕੌਂਸਲ ਦੇ ਵਿੱਚ, ਉਹਦੇ ਵੱਲ ਦੇਖਦੇ ਹੁੰਦੇ ਵੀ ਤੂੰ ਉਹਦਾ ਜਵਾਬ ਦੇ। ਤੇ ਉੱਥੇ IAS ਅਫਸਰ ਬ੍ਰਦਰ IAS ਅਫਸਰ ਕਦੇ ਵੀ ਪਾਰਲੀਮੈਂਟ 'ਚ ਜਵਾਬ ਨਹੀਂ ਦੇ ਸਕਦਾ। ਪਾਰਲੀਮੈਂਟ ਜਵਾਬ ਨਹੀਂ ਦਿੰਦਾ ਹੁੰਦਾ, ਨਹੀਂ ਬਿਲਕੁਲ ਦੇ ਸਕਦਾ, ਕਾਗਜ਼ ਦੇ ਸਕਦਾ ਪਰ ਬੋਲ ਨਹੀਂ ਸਕਦਾ। He is not entitled to speak in the parliament.
ਉਹ ਰਿਪੀਟ ਕਰਦਾ ਉੱਥੇ ਪੜ ਕੇ ਆਇਆ ਹੈਡਫੋਨ ਕਰ ਤੂੰ ਗੱਲਾਂ ਕਰਦਾ ਜਿਵੇਂ ਤੂੰ ਉੱਥੇ ਬੈਠਾ ਹੁੰਦਾ ਲੋਕ ਸਭਾ ਚ। ਉਹ ਬੈਠਣ ਦੀ ਗੱਲ ਨਹੀਂ ਹੁੰਦੀ ਯਾਰ। ਯਾਰ ਇੰਨਾ ਵੀ ਏਦਾਂ ਕਿੱਦਾਂ ਹੋ ਸਕਦਾ ਕਿ ਟਾਈਮ ਪੀਰੀਅਡ ਫਿਕਸ ਹੋਵੇ? ਟਾਈਮ ਪੀਰੀਅਡ ਦੀ ਕੋਈ ਲਿਮਿਟ ਨਹੀਂ ਹੁੰਦੀ ਯਾਰ। ਨਹੀਂ ਫਿਕਸ ਹੁੰਦਾ ਟਾਈਮ ਪੀਰੀਅਡ ਦਾ। ਜਿਹੜੇ ਤੁਸੀਂ ਕਹਿ ਰਹੇ ਹੋ ਨਾ ਫਲਾਨਾ ਬੰਦਾ ਮਤਲਬ ਆਫਿਸਰ ਦਾ ਕੋਈ ਵੀ ਕਿਸੇ ਦਾ ਨਾਮ ਲਿਆ, MP ਜਾਂ ਹੋਰ ਕਿਸੇ ਦਾ ਵੀ ਕਹਿ ਰਹੇ ਹੋ, ਠੀਕ ਹੈ। ਤੇ ਮੈਂ ਕਿਸੇ ਨੂੰ ਪੁੱਛ ਰਹੀ ਸੀ ਕਿ ਕਿਹਨੂੰ ਕਿਹਨੂੰ ਪ੍ਰਿਵਿਲੇਜ ਦਿੱਤੀ ਗਈ ਸੀ ਬੋਲਣ ਦੀ, ਕੁਛ ਵੀ ਬੋਲੇ। ਹੁਣ ਮੈਂ ਇੱਕ ਗੱਲ ਕਰ ਰਹੀ ਸੀ ਕਿ ਇੱਕ MP ਤੇ MLA, ਠੀਕ ਹੈ, ਉਹਨੂੰ ਫ੍ਰੀडम ਆਫ ਸਪੀਚ ਦਿੱਤਾ ਗਿਆ ਕਿ ਉਹ within the 4 walls of the house, ਠੀਕ ਹੈ, ਸਿਰਫ ਹਾਊਸ ਦੀਆਂ 4 ਦੀਵਾਰੀ ਦੇ ਵਿੱਚ ਉਹਨਾਂ ਨੂੰ ਫੁੱਲ ਫ੍ਰੀडम ਆ ਕਿ ਉਹ ਕਿਸੇ ਵੀ ਮੈਂਬਰ ਨੂੰ ਅਬਿਊਜ਼ ਬੋਲ ਸਕਦੇ ਆ। ਸਿਰਫ 2 ਪਰਸਨਸ ਨੇ, MP ਐਂਡ MLA, ਇਹਨਾਂ ਦੋਨਾਂ ਨੂੰ ਹੀ ਜੋ ਦਿੱਤੀ ਪ੍ਰਿਵਿਲੇਜ ਦਿੱਤੀ ਗਈ ਹੈ ਕਨਸਟੀਟਿਊਸ਼ਨ ਦੇ ਅੰਦਰ। ਮੈਨੂੰ ਆਰਟੀਕਲ ਹੁਣ ਯਾਦ ਨਹੀਂ ਹੈਗਾ, ਠੀਕ ਹੈ। ਵਿਲੇਜਸ ਨੇ ਜਿਹਦੇ ਵਿੱਚ ਲੈਜਿਸਲੇਚਰ ਦੇ ਫ੍ਰੀडम ਟੂ ਮੈਂਬਰ ਆਫ ਪਾਰਲੀਮੈਂਟ। ਤੇ ਮੈਂ ਇਹ ਗੱਲ ਕਰ ਰਹੀ ਸੀ ਕਿ ਜਿਹੜੀ ਇਹ ਪਾਰਲੀਮੈਂਟ ਦੇ ਵਿੱਚ 2 ਜਿਹੜੇ ਆਫਿਸਰਸ ਨੇ MP MLA, ਇਹਨਾਂ ਨੂੰ ਫ੍ਰੀडम ਹੈ ਕਿ ਵਿਦਿਨ ਦਾ 4 ਵਾਲਸ ਆਫ ਦਾ ਹਾਊਸ ਉਹਨਾਂ ਨੂੰ ਫੁੱਲ ਫ੍ਰੀडम ਆ ਸਪੀਚ ਦੀ, ਠੀਕ ਹੈ। ਕੋਈ ਵੀ ਮੈਂਬਰ ਕਿਸੇ ਵੀ ਪਰਸਨ ਨੂੰ ਹਾਊਸ ਦੇ ਵਿੱਚ ਅਬਿਊਜ਼ ਬੋਲ ਸਕਦਾ ਇਨ ਦਾ ਪਾਰਲੀਮੈਂਟ ਓਨਲੀ। ਜੀ ਜੀ ਸਿਰਫ 2 ਇਹ MP ਐਂਡ MLA। ਪਰ ਮੈਡਮ ਮੈਂ ਕਨਫਰਮ ਕਰਾਂ ਫਾਊਂਡੇਸ਼ਨ ਤਾਂ ਨਹੀਂ ਨਾ ਹੁੰਦੀ। ਮੈਂ ਕਨਫਰਮ ਕਰ ਲਿਓ ਆਰਟੀਕਲ ਤੁਸੀਂ, ਮੇਬੀ 100 ਕੁਝ ਕਰਕੇ ਆਰਟੀਕਲ ਆ, ਤੁਸੀਂ ਐਂ ਕਰਿਓ ਪ੍ਰਿਵਿਲੇਜਸ ਜਿਹੜੇ ਨੇ ਲੈਜਿਸਲੇਚਰ ਦੇ ਉਹ ਦੇਖ ਲਾਂਗੇ ਜੀ। ਠੀਕ ਹੈ ਜੀ, ਉਹ ਤੁਸੀਂ ਰੀਡ ਕਰ ਲਿਓ, ਠੀਕ ਹੈ। ਕੱਲ ਮੈਨੂੰ ਦੱਸਿਓ ਮੈਮ ਕੀ ਲਿਖਿਆ ਉਹਦੇ ਚ, ਜਿਹਦੇ ਵਿੱਚ ਉਹਨੂੰ ਫ੍ਰੀडम ਦੀ ਗੱਲ ਕੀਤੀ ਗਈ ਹੈ ਮੈਂਬਰ। ਠੀਕ ਹੈ ਜੀ, ਠੀਕ ਹੈ। ਹਾਂਜੀ ਠੀਕ ਹੈ ਜੀ। ਸੋ ਮੇਰਾ ਨੈਕਸਟ ਕਲਾਸ ਦਾ ਟਾਈਮ ਹੋ ਗਿਆ। ਸੋ ਹੋਰ ਕਿਸੇ ਨੂੰ ਕੁਝ ਡਾਊਟ ਹੋਵੇ, ਕੱਲ ਆਪਾਂ ਐਡਮਿਸ਼ਨ ਐਂਡ ਐਨਰੋਲਮੈਂਟ ਕਰਾਂਗੇ, ਓਕੇ। ਠੀਕ ਹੈ।